ਹਾਂਜੀ, ਸਵਾਗਤ ਹੈ ਤੁਹਾਡਾ ਸਾਰਿਆਂ ਦਾ। ਬਾਈਨਰੀ ਸਟਰਕਚਰ ਦੇਖ ਰਹੇ ਹੋ। ਸੋ ਇਸ ਤੋਂ ਪਹਿਲਾਂ ਵਾਲੇ ਪਾਰਟ ਦੇ ਵਿੱਚ ਆਪਾਂ ਤੁਹਾਡੇ ਨਾਲ ਕਮਿਟਮੈਂਟ ਕੀਤੀ ਸੀ ਕਿ ਆਪਾਂ 2 ਜੁਲਾਈ ਦੀ ਜਿਹੜੀ ਤੀਸਰੀ ਸ਼ਿਫਟ ਹੋਈ ਸੀ ਸਬ ਇੰਸਪੈਕਟਰ ਦੀ, ਉਹਦੇ ਵਿੱਚ ਜਿਹੜੇ ਸਵਾਲ ਪੁੱਛੇ ਗਏ ਸੀ ਉਹਨਾਂ ਸਵਾਲਾਂ ਦੇ ਬੇਸਿਸ ਤੇ ਹੀ ਆਪਾਂ ਸੋਸ਼ਲ ਮੀਡੀਆ ਐਪਸ ਡਿਸਕਸ ਕਰ ਰਹੇ, ਜਿਹੜੀਆਂ ਆਪਾਂ ਪਾਰਟ 1 ਦੇ ਵਿੱਚ ਕੁਝ ਕੀਤੀਆਂ ਨੇ, ਕੁਝ ਜਿਹੜੀਆਂ ਪੈਂਡਿੰਗ ਨੇ ਉਹ ਆਪਾਂ ਪਾਰਟ 2 ਦੇ ਵਿੱਚ ਕਰਾਂਗੇ। ਇਹਦੇ ਵਿੱਚ ਆਪਾਂ ਸਵਾਲ ਕੋਈ ਨਹੀਂ ਕਰਾਂਗੇ, ਬਸ ਸਿਰਫ ਆਪਾਂ ਕਹਿ ਸਕਦੇ ਹਾਂ ਵੀ ਆਪਾਂ ਸੋਸ਼ਲ ਮੀਡੀਆ ਐਪ ਬਾਰੇ ਹੀ ਡਿਸਕਸ ਕਰਾਂਗੇ। ਪਲੇਟਫਾਰਮਸ ਹੋ ਗਿਆ, ਚਾਹੇ ਆਪਰੇਟਿੰਗ ਸਿਸਟਮ ਹੋ ਗਿਆ, ਹੈ ਨਾ। ਸੋ ਉਹੀ ਆਪਾਂ 1 ਬਾਏ 1 ਕਰਕੇ ਡਿਸਕਸ ਕਰਾਂਗੇ। ਜ਼ਿਆਦਾਤਰ ਸਵਾਲ ਨੇ ਜਿਹੜੇ ਉਹ ਡੀਪ ਦੇ ਵਿੱਚ ਪੁੱਛ ਰਹੇ, ਕਿਉਂਕਿ ਅੱਧੀਆਂ ਕਿ ਸ਼ਿਫਟ ਹੋ ਗਈਆਂ, ਅੱਧੀਆਂ ਕਿ ਸ਼ਿਫਟ ਬਾਕੀ ਬਚੀਆਂ ਨੇ, ਹੈ ਨਾ। ਜਿਹੜੇ ਸਵਾਲ ਪੁੱਛ ਚੁੱਕੇ ਹੁਣ ਉਹ ਤਾਂ ਮੈਨੂੰ ਲੱਗਦਾ ਵੀ ਰਿਪੀਟ ਹੋਣ ਦੇ ਚਾਂਸ ਥੋੜੇ ਜਿਹੇ ਘੱਟ ਹੁੰਦੇ ਨੇ। ਉਹਦੇ ਨਾਲ ਮਿਲਦੇ ਜੁਲਦੇ ਜਿੰਨਾ ਕੁ ਆਪਾਂ ਪ੍ਰੈਡਿਕਸ਼ਨ ਕਰ ਸਕਦੇ ਹਾਂ, ਜਿੰਨਾ ਕੁ ਆਪਾਂ ਐਨਾਲਿਸਿਸ ਕਰ ਸਕਦੇ ਹਾਂ, ਉਸ ਐਨਾਲਿਸਿਸ ਦੇ ਬੇਸਿਸ ਤੇ ਹੀ ਆਪਾਂ ਤੁਹਾਡੇ ਨਾਲ ਲੈ ਕੇ ਆਏ ਹਾਂ। ਠੀਕ ਹੈ, ਤੇ ਵੀਡੀਓ ਪੂਰੀ ਦੇਖਿਓ। ਸਾਰੀਆਂ ਚੀਜ਼ਾਂ ਯਾਦ ਕਰਨ ਦੀ ਲੋੜ ਨਹੀਂ ਹੁੰਦੀ। ਜੇ ਆਪਾਂ ਇੱਕ ਵਾਰੀ ਵੀ ਚੀਜ਼ਾਂ ਪੜ੍ਹੀਆਂ ਹੁੰਦੀਆਂ ਨੇ, ਉੱਥੇ ਆਪਾਂ ਆਪਸ਼ਨਾਂ ਨੂੰ ਐਲੀਮੀਨੇਟ ਕਰ ਲੈਂਦੇ ਹੁੰਦੇ ਹਾਂ, ਹਨਾ। ਸੋ ਹਜੇ ਸਮਾਂ ਜ਼ਿਆਦਾ ਪਿਆ। ਜੇ ਤੁਹਾਨੂੰ ਥੋੜਾ ਜਿਹਾ ਐ ਲੱਗੀਆਂ ਚੀਜ਼ਾਂ ਲੈਂਦੀ ਲੱਗੀਆਂ ਤਾਂ ਆਪਾਂ 2 ਵਾਰੀ ਵੀ ਵੀਡੀਓ ਦੇਖ ਸਕਦੇ ਹਾਂ, ਹਨਾ। ਤੇ ਤੁਹਾਡੇ ਹੱਥ ਦੇ ਵਿੱਚ ਹੈ। ਦੇਖੋ, 2 ਤੋਂ 3 ਸਵਾਲ ਵੀ ਜੇ ਇਸ ਵੀਡੀਓ ਦੇ ਵਿੱਚ ਆ ਜਾਂਦੇ ਨੇ ਤਾਂ ਬਹੁਤ ਵੱਡੀ ਗੱਲ ਹੈ, ਹਨਾ। ਦੇਖੋ 3 ਸਵਾਲ ਹੋ ਗਏ ਤਾਂ 12 ਨੰਬਰ ਦੇ, 4 ਨੰਬਰ ਦਾ ਕੁਐਸਚਨ ਤੁਹਾਨੂੰ ਪਤਾ ਹੀ ਹੈ। 12 ਨੰਬਰ ਤਾਂ ਕਿਹੜਾ ਕਿਤੇ ਧਰੇ ਪਏ ਨੇ, ਹਨਾ। 12 ਨੰਬਰ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਅਚੀਵਮੈਂਟ ਹੈ, ਹਨਾ। ਸੋ ਆਪਾਂ ਸਟਾਰਟ ਕਰਦੇ ਹਾਂ। ਟੈਲੀਗ੍ਰਾਮ ਦਾ ਸਵਾਲ ਜਿਵੇਂ 3 ਜੁਲਾਈ ਨੂੰ ਪੁੱਛਿਆ ਹੀ ਗਿਆ ਸੀ। ਤੁਸੀਂ ਜਿਹੜੇ ਬੱਚੇ ਦੇ ਕੇ ਆਏ ਪੇਪਰ ਉਹਨਾਂ ਨੂੰ ਪਤਾ ਹੋਣਾ। ਸੋ 3 ਜੁਲਾਈ ਦੇ ਹਜੇ ਆਪਣੇ ਕੋਲੇ ਕੁਐਸਚਨ ਹੈਗੇ ਨੇ, ਉਹਨਾਂ ਦਾ ਵੀ ਆਪਾਂ ਕੋਸ਼ਿਸ਼ ਕਰਾਂਗੇ ਐਨਾਲਿਸਿਸ ਕਰੀਏ, ਹਨਾ। ਸੋ ਟੈਲੀਗ੍ਰਾਮ ਫਾਊਂਡਡ ਬਾਏ 3 ਬੰਦੇ ਸੀਗੇ, ਸੌਰੀ 2 ਸੀਗੇ। ਪੇਵਲ ਨਾਮ ਜੇ ਬੜੇ ਔਖੇ, ਪੇਵਲ ਡੋਰੋ ਤੇ ਨਿਕੋਲੋਈ ਡੋਰੋ। 2013 ਦੇ ਵਿੱਚ ਇਹਨਾਂ ਨੇ ਟੈਲੀਗ੍ਰਾਮ ਫਾਊਂਡ ਕੀਤਾ ਸੀ। ਇਹ ਦੋਨੇ ਭਰਾ ਸੀਗੇ, ਹਨਾ। ਤੇ ਪੇਵਲ ਡੋਰੋ ਇਜ਼ ਆਫਨ ਕ੍ਰੈਡਿਟ ਐਜ਼ ਦਾ ਮੇਨ ਫਾਊਂਡਰ ਐਂਡ ਦਾ ਡਰਾਈਵਿੰਗ ਫੋਰਸ ਬਿਹਾਈਂਡ ਦਾ ਕ੍ਰੀਏਸ਼ਨ ਆਫ ਟੈਲੀਗ੍ਰਾਮ। ਇਹਨੂੰ ਆਪਾਂ ਮੇਨ ਫਾਊਂਡਰ ਕਹਿ ਸਕਦੇ ਹਾਂ। ਕਈ ਵਾਰੀ ਇਹ ਇਕੱਲਾ ਵੀ ਨਾਮ ਆ ਸਕਦਾ ਪੇਵਲ ਡੋਰੋ, ਹਨਾ। ਜਿਵੇਂ ਉਹਨੇ ਟਵਿੱਟਰ ਤੇ ਪੁੱਛਿਆ ਸੀਗਾ ਵੀ ਹੇਠ ਲਿਖਿਆਂ ਚੋਂ ਕਿਹੜਾ ਫਾਊਂਡਰ ਨਹੀਂ ਸੀਗਾ, ਤਾਂ ਕਰਕੇ ਹੁਣ ਆਪਾਂ ਛੱਡ ਨਹੀਂ ਸਕਦੇ। ਸਾਰੇ ਹੀ ਫਾਊਂਡਰ ਆਪਾਂ ਨੂੰ ਕਰਨੇ ਪੈਣਗੇ, ਚਾਹੇ ਉਹਦਾ ਜ਼ਿਆਦਾ ਯੋਗਦਾਨ ਸੀ ਚਾਹੇ ਘੱਟ ਸੀਗਾ। ਤਾਂ ਇਹ ਕਲਾਊਡ ਬੇਸਡ ਇਨਸਟੈਂਟ ਮੈਸੇਜਿੰਗ ਐਪ ਹੈ, ਜਿਵੇਂ ਤੁਸੀਂ ਸਾਰੇ ਯੂਜ਼ ਕਰਦੇ ਹੋ। ਤਾਂ ਇਹ ਰਸ਼ੀਆ ਤੋਂ ਸੀ ਓਰੀਜਨੇਟ, ਜੇ ਇਹਨਾਂ ਦਾ ਸੀ ਰਸ਼ੀਆ ਤੋਂ ਸੀ ਬੰਦੇ, ਹਨਾ। ਤਾਂ ਬਾਕੀ ਸਾਰਾ ਕੁਝ ਸੇਮ ਹੈ, ਬਸ ਇਹਦੇ ਵਿੱਚ ਆਹ ਚੀਜ਼ ਮੈਨੂੰ ਲੱਗਦਾ ਵੀ ਸ਼ਾਇਦ ਇਹਦੇ ਤੇ ਨਾ ਪੁੱਛ ਲੈ। ਟੈਲੀਗ੍ਰਾਮ ਸਪੋਰਟਸ 1-on-1 ਪ੍ਰਾਈਵੇਟ ਚੈਟ ਗਰੁੱਪ ਚੈਟ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਵੀ 2 ਲੱਖ ਇਕਾਈ ਦਹਾਈ ਸੈਂਕੜਾ ਹਜ਼ਾਰ 10,000 ਲੱਖ 2 ਲੱਖ ਮੈਂਬਰਾਂ ਨੂੰ ਇਹ ਸਪੋਰਟ ਕਰਦਾ। ਤੇ ਚੈਨਲ ਦੇ ਵਿੱਚ ਅਨਲਿਮਿਟਿਡ ਪਾਰਟਿਸਪੈਂਟਸ ਹੋ ਸਕਦੇ ਨੇ, ਇਹ ਗੱਲ ਯਾਦ ਰੱਖਿਓ, ਹਨਾ। ਜੇ ਆਪਾਂ ਲੋਗੋ ਦੀ ਗੱਲ ਕਰੀਏ, ਪਾਸਟ ਦੇ ਵਿੱਚ ਇਹ ਵਾਲਾ ਜਹਾਜ਼ ਦਾ ਲੋਗੋ ਸੀ। ਹੁਣ ਇਹਨਾਂ ਨੇ ਇੰਨੀ ਕੁ ਚੀਜ਼ ਹੈ ਜਿਹੜੀ ਪੋਰਸ਼ਨ ਇੰਨਾ ਕੁ ਹਟਾ ਦਿੱਤਾ ਤੇ ਲੰਡਾ ਜਿਹਾ ਰਹਿ ਗਿਆ ਜਹਾਜ਼ ਨੂੰ ਪ੍ਰੈਜ਼ੈਂਟ 'ਚ ਇਹ ਵਾਲਾ, ਠੀਕ ਹੈ, ਲੋਗੋ। ਤੇ ਸਨੈਪਚੈਟ ਦੀ ਆਪਾਂ ਗੱਲ ਕਰੀਏ, ਸਨੈਪਚੈਟ ਸੀ ਜਿਹੜਾ 2011 ਦੇ ਵਿੱਚ, ਇਹ 3 ਬੰਦੇ ਸੀਗੇ ਜਿਹਦਾ ਨਾਮ ਸੀਗਾ ਇਵਾਨ ਸਿਪੀਗਲ, ਕਹਿ ਸਕਦੇ ਹਾਂ ਸਿਪੀਗਲ ਲੱਗਦਾ, ਵੈਸੇ ਸਿਪੀਗਲ ਨਹੀਂ ਹੈ, ਸਪੀਜਲ, ਹੈ ਨਾ। ਬੌਬੀ ਮੌਰਫੀ ਹੋ ਗਿਆ, ਰੇਗੀ ਬਰਾਊਨ ਹੋ ਗਿਆ। 3 ਬੰਦੇ ਸੀਗੇ। ਇਹ ਵੀ ਸਟੈਨਫੋਰਡ ਯੂਨੀਵਰਸਿਟੀ ਦੇ ਹੀ ਸੀ, ਠੀਕ ਆ। ਸੋ ਐਪ ਬਾਅਦ ਓਰੀਜਨਲੀ ਕਾਰਡ ਪਿਕਾਬੋ, ਆ ਵੀ ਜ਼ਰੂਰ ਇੰਪੋਰਟੈਂਟ ਹੈ। ਸਨੈਪਚੈਟ ਨੂੰ ਓਰੀਜਨਲੀ ਕੀ ਬੋਲਦੇ ਸੀ? ਪਿਕਾਬੋ, ਬਟ ਇਟ ਵਾਜ਼ ਰੀਨੇਮਡ ਸਨੈਪਚੈਟ ਇਨ 2012 ਦੇ ਵਿੱਚ ਬਣਿਆ ਸੀ। ਪਿਕਾਬੋ ਨਾਮ ਤੇ ਸੀ, ਫਿਰ 2012 ਦੇ ਵਿੱਚ ਮਤਲਬ ਕਿ ਰੀਨੇਮ ਕੀਤਾ। ਇਹਦੇ ਤੁਹਾਨੂੰ ਪਤਾ ਹੀ ਹੈ, ਫੋਟੋ ਵੀਡੀਓ ਨੇ ਜਿਹੜੀਆਂ ਫਿਊ ਸੈਕਿੰਡਸ ਦੇ ਵਿੱਚ ਡਿਸਪੀਅਰ ਹੋ ਜਾਂਦੀਆਂ ਨੇ। ਤੇ ਲੋਗੋ ਦੀ ਗੱਲ ਕਰੀਏ, 11 ਤੋਂ 13 ਦੇ ਵਿੱਚ ਇਹ ਵਾਲਾ ਚਿੜੀ ਜੀ ਚ ਮੂੰਹ ਜਿਹਾ ਵੀ ਲੱਗਿਆ ਹੋਇਆ ਸੀ, ਹੈ ਨਾ। 2013 ਤੋਂ 19 ਹੁਣ ਥੋੜਾ ਜਿਹਾ ਚੇਂਜ ਕੀਤਾ। ਲੋਗੋ ਤੇ ਵੀ ਸਵਾਲ ਆਉਂਦੇ ਨੇ, ਹਨਾ। ਹੁਣ ਆਪਾਂ ਗੱਲ ਕੀਤੀ ਸੀ ਪਾਰਟ 1 ਦੇ ਵਿੱਚ, ਆਪਾਂ ਗੱਲ ਕਰ ਰਹੇ ਸੀ ਮੋਟਰੋਲਾ ਬਾਰੇ, ਸੌਰੀ ਗੂਗਲ ਬਾਰੇ। ਤਾਂ ਗੂਗਲ ਨੇ ਕੀ ਕੀਤਾ ਸੀ, ਮੋਟਰੋਲਾ ਨੂੰ ਹਾਇਰ ਕੀਤਾ ਸੀ, ਹਨਾ। ਤਾਂ ਕਰਕੇ ਉਹਨਾਂ ਨੇ ਮੋਟੋ ਜੀ ਵੀ ਫੋਨ ਲਾਂਚ ਕੀਤੇ ਸੀ। ਵੈਸੇ ਵੀ ਦੇਖਿਆ ਜਾਵੇ ਤਾਂ ਮੋਬਾਈਲ ਫੋਨ ਦੀ ਹਿਸਟਰੀ ਦੇ ਵਿੱਚ ਮੋਟਰੋਲਾ ਦਾ ਕਾਫੀ ਕੰਟਰੀਬਿਊਸ਼ਨ ਰਿਹਾ। ਤਾਂ ਮੈਨੂੰ ਲੱਗਦਾ ਹੈ ਵੀ ਇਹ ਮੋਟਰੋਲਾ ਤੇ ਸਵਾਲ ਬਣ ਸਕਦਾ, ਇੰਪੋਰਟੈਂਟ ਹੈ। ਜਦੋਂ ਉਹ ਟਵਿੱਟਰ ਤੇ ਪੁੱਛ ਸਕਦਾ ਹੈ, ਟੈਲੀਗ੍ਰਾਮ ਤੇ ਪੁੱਛ ਸਕਦਾ, ਤਾਂ ਉਹਦੇ ਨਾਲੋਂ ਜ਼ਿਆਦਾ ਜਿਹੜਾ ਹੈ ਮੋਟਰੋਲਾ ਦਾ ਯੋਗਦਾਨ ਜ਼ਿਆਦਾ। ਚਾਹੇ ਆਪਾਂ ਮੋਬਾਈਲ ਫੋਨ ਦੀ ਗੱਲ ਕਰੀਏ, ਹੈ ਨਾ। ਤਾਂ ਫਸਟ ਜੇ ਆਪਾਂ ਕਹੀਏ ਵੀ ਹੈਂਡ ਹੈਲਡ ਮੋਬਾਈਲ ਫੋਨ ਵਾਸ
ਜਿਹੜਾ ਪਹਿਲਾ ਸੀਗਾ ਵਾਇਰਲੈਸ ਫੋਨ ਸੀ, ਆਪਾਂ ਗੱਲ ਕਰੀਏ ਡਾਇਨਾਟੈਕ 8000X ਜਿਹੜਾ ਮੋਟਰੋਲਾ ਨੇ ਬਣਾਇਆ ਸੀ, ਹਨਾ। ਸੋ ਇਹਨਾਂ ਦਾ ਹੀ ਮਾਰਟਨ ਕੂਪਰ ਰਿਸਰਚਰ ਸੀਗਾ ਜਿਹੜਾ ਐਗਜ਼ੀਕਿਊਟਿਵ ਮੇਡ ਦਾ ਫਰਸਟ ਮੋਬਾਈਲ ਟੈਲੀਫੋਨ ਕਾਲ ਫਰੋਮ ਹੈਂਡ ਹੈਲਡ ਸਬਸਕ੍ਰਾਈਬਰ ਇਕਵਿਪਮੈਂਟ ਔਨ April 3, 1973। 1973 ਦੇ ਵਿੱਚ ਮਾਰਟਿਨ ਕੂਪਰ ਨੇ ਕਾਲ ਕੀਤੀ ਸੀ। ਬਟ ਆਪਾਂ ਕਹਿ ਸਕਦੇ ਹਾਂ ਵੀ 1973 ਦੇ ਵਿੱਚ ਇਹਨਾਂ ਦੀ ਇੰਟਰਨਲੀ ਹੈਂਡ ਹੈਲਡ ਕਾਲ ਸੀਗੀ, ਇਹ ਪਬਲਿਕ ਦੇ ਲਈ ਅਵੇਲੇਬਲ ਨਹੀਂ ਹੋਇਆ ਸੀ। ਤਾਂ ਪਬਲਿਕ ਦੇ ਲਈ ਹੀ ਫਿਰ ਇਹਨਾਂ ਨੇ ਕਮਰਸ਼ੀਅਲੀ 1983 ਦੇ ਵਿੱਚ ਜਾ ਕੇ ਲਾਂਚ ਕੀਤਾ ਸੀ ਡਾਇਨਾਟੈਕ, ਜਿਹਦਾ 2.4 ਪਾਉਂਡ ਇਹਦਾ weight ਸੀਗਾ ਤੇ ਬੜਾ ਇਹਨੂੰ ਸਮਾਂ ਲੱਗਦਾ ਸੀ ਚਾਰਜ ਹੋਣ ਤੇ, ਹਨਾ। 10 ਘੰਟੇ ਚਾਰਜ ਹੋਣ ਤੇ ਲੈਂਦਾ ਸੀ ਤੇ 30 ਮਿੰਟ ਦਾ ਇਹਦਾ ਬੈਟਰੀ ਬੈਕਅਪ ਸੀ, ਹਨਾ। ਸ਼ੁਰੂ ਦੀ ਜੇ ਆਪਾਂ ਗੱਲ ਕਰੀਏ ਤਾਂ ਹੁਣ ਇਸ ਕਰਕੇ ਮੋਟਰੋਲਾ ਦਾ ਬੜਾ ਜ਼ਿਆਦਾ ਯੋਗਦਾਨ ਹੋ ਜਾਂਦਾ ਹੈ। ਇਹ ਤਾਂ ਸੀਗਾ ਮੋਬਾਈਲ ਫੋਨ ਬਾਰੇ। ਤੇ ਜੇ ਆਪਾਂ ਲੈਂਡਲਾਈਨ ਦੀ ਗੱਲ ਕਰੀਏ, ਇਹ ਤੁਹਾਨੂੰ ਪਤਾ ਹੀ ਹੋਣਾ, ਤੁਸੀਂ ਜੀਕੇ 'ਚ ਵੀ ਪੜ੍ਹਿਆ ਹੋਣਾ ਵੀ ਅਲੈਗਜ਼ੈਂਡਰ ਗ੍ਰਾਹਮ ਬੈਲ ਨੇ 1876 ਦੇ ਵਿੱਚ ਫਸਟ ਲੈਂਡਲਾਈਨ ਫੋਨ ਇਨਵੈਂਟ ਕੀਤਾ ਸੀ। ਤਾਂ ਹੁਣ ਮੋਟਰੋਲਾ ਦੀ ਜੇ ਆਪਾਂ ਗੱਲ ਕਰੀਏ ਤਾਂ ਮੋਟਰੋਲਾ ਇਨਕੋਰਪੋਰੇਸ਼ਨ ਹੈ ਜਿਹੜਾ, ਇਹ ਅਮਰੀਕਨ ਮਲਟੀਨੈਸ਼ਨਲ ਟੈਲੀਕਮਿਊਨੀਕੇਸ਼ਨ ਕੰਪਨੀ ਸੀ ਤੇ 1928 ਦੇ ਵਿੱਚ ਬਣੀ ਸੀ, ਜਿਹਦਾ ਨਾਮ ਪਹਿਲਾਂ ਸੀਗਾ ਗੈਲਵਿਨ ਮੈਨੂਫੈਕਚਰਿੰਗ ਕਾਰਪੋਰੇਸ਼ਨ। ਦੋ ਭਰਾਵਾਂ ਨੇ ਬਣਾਈ ਸੀ, ਪੌਲ ਐਂਡ ਜੋਸਫ ਗੈਲਵਿਨ, ਠੀਕ ਹੈ। ਤਾਂ ਇਹਨੇ ਗੈਲਵਿਨ ਦੇ ਨਾਮ ਤੇ ਹੀ ਆਪਣਾ ਇਹਨਾਂ ਦਾ ਸਰਨੇਮ ਹੋਊਗਾ ਗੈਲਵਿਨ, ਉੱਥੇ ਹੀ ਰੱਖ ਲਿਆ ਗੈਲਵਿਨ ਮੈਨੂਫੈਕਚਰਿੰਗ ਕਾਰਪੋਰੇਸ਼ਨ, ਠੀਕ ਹੈ। 1928 ਦੇ ਵਿੱਚ, ਬਾਅਦ ਦੇ ਵਿੱਚ 1947 ਚ ਇਹਨਾਂ ਦਾ ਨਾਮ ਬਦਲ ਕੇ ਮੋਟਰੋਲਾ ਰੱਖਤਾ ਤੇ 2009 ਤੋਂ 2007 ਦੇ ਵਿੱਚ ਇਹਨਾਂ ਨੂੰ ਬਹੁਤ ਜ਼ਿਆਦਾ ਲਾਸ ਹੋਇਆ। 4.3 ਬਿਲੀਅਨ ਦਾ ਲਾਸ ਹੋਣ ਤੋਂ ਬਾਅਦ ਇਹਨਾਂ ਨੇ ਸਪਲਿਟ ਕਰਤੇ, ਕਹਿੰਦਾ ਵੀ ਆਪਾਂ ਇਹ ਕਰਦੇ ਹਾਂ ਮੋਬਾਈਲ ਫੋਨ ਦੀ ਅਲੱਗ ਕਰ ਦਿੰਦੇ ਹਾਂ ਕੰਪਨੀ, ਬਾਕੀ ਦੀ ਜਿਹੜੇ ਬਾਕੀ ਦੇ ਪ੍ਰੋਡਕਟਸ ਬਣਦੇ ਨੇ ਉਹਨਾਂ ਅਲੱਗ। ਤਾਂ ਇੱਕ ਨਾਮ ਰੱਖਿਆ ਮੋਟਰੋਲਾ ਮੋਬਿਲਿਟੀ, ਦੂਸਰਾ ਨਾਮ ਰੱਖਿਆ ਮੋਟਰੋਲਾ ਸੋਲਿਊਸ਼ਨ। ਤਾਂ ਯਾਦ ਰੱਖਣਾ ਵੀ ਕਿਹੜੇ ਸਾਲ ਦੇ ਵਿੱਚ ਇਹ ਸਪਲਿਟ ਹੋਈਆਂ ਸੀ ਦੋ ਪਾਰਟਸ ਦੇ ਵਿੱਚ, ਮੋਟਰੋਲਾ ਮੋਬਿਲਿਟੀ ਤੇ ਮੋਟਰੋਲਾ ਸੋਲਿਊਸ਼ਨ 2011 ਚ। ਇੰਪੋਰਟੈਂਟ ਹੈ ਜੀ, ਯਾਦ ਰੱਖਣ ਵਾਲੀ ਆ। ਅਗਲਾ ਉਦੋਂ ਵੀ ਇੰਪੋਰਟੈਂਟ ਪੁਆਇੰਟ ਹੈ, ਮੋਟਰੋਲਾ ਨੂੰ ਅਕਵਾਇਰ ਕਰ ਲਿਆ ਸੀ ਗੂਗਲ ਨੇ 2012 ਦੇ ਵਿੱਚ, ਠੀਕ ਹੈ। ਮੈਂ ਹਾਈਲਾਈਟ ਕੀਤਾ ਹੋਇਆ, ਇਹ ਵੀ ਯਾਦ ਰੱਖਣ ਵਾਲਾ। ਤੇ ਗੂਗਲ ਸੋਲਡ ਮੋਟਰੋਲਾ ਮੋਬਿਲਿਟੀ ਕੇਬਲ ਇਕਵਿਪਮੈਂਟ ਬਿਜ਼ਨਸ ਟੂ ਐਰਿਸ ਗਰੁੱਪ in December 2022 and Motorola Mobility itself to Lenovo 2014। ਮੋਟਰੋਲਾ ਮੋਬਿਲਿਟੀ ਇਹਨਾਂ ਨੇ ਗੂਗਲ ਨੇ 2012 ਦੇ ਵਿੱਚ ਐਰਿਸ ਗਰੁੱਪ ਨੂੰ ਦੇਤਾ ਤੇ ਬਾਅਦ ਦੇ ਵਿੱਚ ਕੀ ਹੋਇਆ, ਇਹ ਲੈਨੋਵੋ ਕੋਲ ਚੱਲ ਗਿਆ 2014 ਦੇ ਵਿੱਚ। ਤੇ ਅੱਜ ਕੱਲ ਜਿਹੜਾ ਮੋਟਰੋਲਾ ਮੋਬਿਲਿਟੀ ਹੈ ਇਹ ਕਿਹਦੇ ਕੋਲੇ ਹੈ, ਸੌਰੀ ਇਹ ਲੈਨੋਵੋ ਦੇ ਕੋਲੇ ਆ। ਤੇ ਕੁਝ ਚੀਜ਼ਾਂ ਗੂਗਲ ਵੀ ਹੋਲਡ ਕਰਕੇ ਰੱਖਦਾ, ਕੁਝ ਮੋਬਾਈਲ ਦੀ ਸੀਰੀਜ਼ ਦੇ ਵਿੱਚ ਗੂਗਲ ਦਾ ਵੀ ਆਪਾਂ ਕਹਿ ਸਕਦੇ ਹਾਂ ਵੀ ਟੇਕ ਓਵਰ ਹੈਗਾ ਹੈ ਜੀ, ਠੀਕ ਹੈ। ਸੋ ਜੇ ਆਪਾਂ ਗੱਲ ਕਰੀਏ ਤਾਂ ਇਹ ਮੋਟਰੋਲਾ ਲੈਨੋਵੋ ਕਹਿ ਸਕਦੇ ਹਾਂ, ਮੋਟਰੋਲਾ ਇਹ ਲੈਨੋਵੋ ਕੰਪਨੀ, ਜਿਹੜਾ ਮੋਟਰੋਲਾ ਆਪਾਂ ਕਹਾਂਗੇ ਮੋਬਿਲਿਟੀ ਹੈ, ਜਿਹੜਾ ਮੋਟਰੋਲਾ ਮੋਬਿਲਿਟੀ ਦਾ ਇਹ ਵਾਲਾ ਲੋਗੋ ਹੈ। ਤੇ ਮੋਟਰੋਲਾ ਇਹ 14 ਤੋਂ 15 ਤੱਕ ਦਾ ਲੋਗੋ ਸੀ, ਇਹ 15 ਤੋਂ 16 ਤੱਕ ਦਾ। ਤੇ ਮੋਟਰੋਲਾ ਸੋਲਿਊਸ਼ਨ ਦਾ ਵੀ ਸੇਮ ਹੀ ਲੋਗੋ ਹੈ, ਉੱਥੇ ਬਸ ਸੋਲਿਊਸ਼ਨ ਲਿਖਿਆ ਹੋਇਆ, ਠੀਕ ਹੈ। ਇੱਥੇ ਲੈਨੋਵੋ ਕੰਪਨੀ ਲਿਖਿਆ ਹੋਇਆ। ਕਲੀਅਰ ਹੋਈ ਗੱਲ। ਅੱਗੇ ਆਪਾਂ ਗੱਲ ਕਰਦੇ ਹਾਂ ਐਂਡਰੋਇਡ ਦੀ। ਚਾਹੇ ਐਂਡਰੋਇਡ ਇੱਕ ਆਪਰੇਟਿੰਗ ਸਿਸਟਮ ਹੈ, ਪਰ ਆਪਾਂ ਨੂੰ ਪਤਾ ਵੀ ਇਹ ਗੂਗਲ ਨੇ ਹਾਇਰ ਕੀਤਾ, ਮੋਟਰੋਲਾ ਵੀ ਗੂਗਲ ਨੇ ਹਾਇਰ ਕੀਤਾ ਸੀ, ਤਾਂ ਹੀ ਆਪਾਂ ਪੜ੍ਹਿਆ ਸੀ। ਟੈਲੀਗ੍ਰਾਮ ਤੇ ਸਨੈਪਚੈਟ ਵੈਸੇ ਹੀ ਸੋਸ਼ਲ ਮੀਡੀਆ ਐਪਸ ਨੇ। ਮੋਟਰੋਲਾ ਇੱਕ ਕੰਪਨੀ ਸੀ, ਐਂਡਰੋਇਡ ਇੱਕ ਆਪਰੇਟਿੰਗ ਸਿਸਟਮ ਹੈ। ਐਂਡਰੋਇਡ ਵੀ ਜੇ ਆਪਾਂ ਗੱਲ ਕਰੀਏ ਤਾਂ ਫਾਊਂਡ ਕੀਤਾ ਸੀਗਾ, ਇਹ ਵੀ 4 ਬੰਦੇ ਸੀਗਾ, ਐਂਡੀ ਰੂਬਨ, ਰਿਚ ਮਾਈਨਰ, ਨਿਕ ਸੀਅਰਸ ਤੇ ਕ੍ਰਿਸ ਬਾਈਟ, ਠੀਕ ਹੈ। 2003 ਦੇ ਵਿੱਚ ਇਹਨਾਂ ਨੇ ਬਣਾਇਆ ਸੀ। ਤੇ ਜੇ ਆਪਾਂ ਐਂਡੀ ਰੂਬਨ ਦੀ ਗੱਲ ਕਰੀਏ ਤਾਂ ਇਹ ਪਹਿਲਾਂ, ਜਿਵੇਂ ਆਪਾਂ ਨੂੰ ਪੁੱਛਿਆ ਸੀ ਵੀ WhatsApp ਦਾ ਫਾਊਂਡਰ ਸੀ ਜਿਹੜਾ ਪਹਿਲਾਂ ਕਿਹੜੀ ਕੰਪਨੀ 'ਚ ਕੰਮ ਕਰਦਾ ਸੀ, ਤਾਂ ਇਹ ਇਨਵੋਲਵਡ ਵਿਦ ਦੀ ਮੋਬਾਈਲ ਟੈਕਨੋਲੋਜੀ ਕੰਪਨੀ ਲਾਈਕ ਡੇਂਜਰ ਇਨਕਾਰਪੋਰੇਟਰ, ਠੀਕ ਹੈ। ਸਾਈਡ ਕਿਕ ਜਾਂ ਜਰਨਲ ਮੈਜਿਕ ਵਰਗੀਆਂ ਕੰਪਨੀਆਂ ਦੇ ਵਿੱਚ ਇਹਨੇ ਲੀਡਿੰਗ ਰੋਲ ਪਲੇ ਕੀਤਾ ਸੀ ਇਸ ਬੰਦੇ ਨੇ, ਠੀਕ ਹੈ। ਪਲੇ ਏ ਕੀ ਰੋਲ ਇਨ ਲੀਡਿੰਗ ਦੀ ਡਿਵੈਲਪਮੈਂਟ ਆਫ ਐਂਡਰੋਇਡ ਆਪਰੇਟਿੰਗ ਸਿਸਟਮ। ਇਹਨਾਂ ਦੇ ਵਿੱਚ ਕੰਮ ਕਰਕੇ ਨੇ ਐਂਡਰੋਇਡ ਦੀ ਡਿਵੈਲਪਮੈਂਟ ਦੇ ਵਿੱਚ ਕੀ ਰੋਲ ਪਲੇ ਕੀਤਾ ਸੀ। ਐਂਡਰੋਇਡ ਵਾਜ਼ ਓਰੀਜਨਲੀ ਫੋਕਸ ਔਨ ਕ੍ਰੀਏਟਿੰਗ ਏ ਐਡਵਾਂਸਡ ਆਪਰੇਟਿੰਗ ਸਿਸਟਮ ਫॉर ਡਿਜੀਟਲ ਕੈਮਰਾ। ਪਹਿਲਾਂ ਇਹਨਾਂ ਨੇ ਸੋਚਿਆ ਵੀ ਆਪਾਂ ਡਿਜੀਟਲ ਕੈਮਰਾ ਵਾਸਤੇ ਆਪਰੇਟਿੰਗ ਸਿਸਟਮ ਬਣਾਵਾਂਗੇ, ਬਾਅਦ ਦੇ ਵਿੱਚ ਇਹ ਮੋਬਾਈਲ ਡਿਵਾਈਸ ਬੰਨੀ ਸ਼ਿਫਟ ਹੋ ਗਈ ਸੀ, ਠੀਕ ਆ। ਤੇ ਇਹ ਵਾਲਾ ਲੋਗੋ ਸੀ
एंड्रॉयड का यह भी यूज़ किया जाता, ये वाला भी यूज़ किया जाता। क्लीयर। तो जो जर्नी की आप शुरू वाले थोड़ा जिहा देख लें, ज़्यादा नहीं। अर्ली डिवेलपमेंट के जे आप गल करिए तो इन्होंने 2003 के फाउंड किया सी। ते ये भी आप पढ़ चुके हैं भी पहला डिजिटल कैमरा फिर मोबाइल डिवाइस वास्ते। हाँ, ये सब तो ज़्यादा इंपॉर्टेंट है। 2005 ਦੇ ਵਿੱਚ गूगल ने एक्वायर्ड कर लिया ਸੀਗਾ एंड्रॉयड सिस्टम। ये जरूर याद रखना गल, ठीक है। ਜਿਹੜਾ ਐਂਡੀ ਰੋਬਿਨ ਸੀਗਾ ਕੰਟੀਨਿਊਡ ਲੀਡਿੰਗ ਦੀ ਐਂਡਰੋਇਡ ਪ੍ਰੋਜੈਕਟ ਅੰਡਰ ਗੂਗਲ ਦੇ ਅੰਡਰ ਜਾ ਕੇ ਵੀ ਇਹ ਇਸੇ ਨੇ ਕੰਮ ਕੀਤਾ ਸੀ, ਠੀਕ ਹੈ। ਜੇ ਹੁਣ ਆਪਾਂ ਲੇਟੈਸਟ ਵਰਜ਼ਨ ਦੀ ਗੱਲ ਕਰੀਏ ਤਾਂ ਅੱਜ ਕੱਲ 14 ਐਂਡਰੋਇਡ 14 ਇਹ ਸਵਾਲ ਪੁੱਛਿਆ ਜਾ ਸਕਦਾ, ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਫੈਬਰੂਅਰੀ 2023 ਦੇ ਵਿੱਚ ਰਿਲੀਜ਼ ਹੋਇਆ ਐਂਡਰੋਇਡ 14। ਤੇ ਜੇ ਬਾਕੀ ਲਿਸਟ ਦੀ ਆਪਾਂ ਗੱਲ ਕਰੀਏ, ਐਂਡਰੋਇਡ ਦਾ ਪਹਿਲਾ ਵਰਜ਼ਨ ਸੀਗਾ 1.5 ਕੱਪਕੇਕ 2009 ਚ ਆਇਆ ਸੀ, है ना। उस तो पहला नॉर्मली चलता सी, जर्नली जे आपां कह दईए, है ना। इस तो बाद इन्होंने स्टैंडर्डाइजेशन ब्रांडिंग करनी शुरू की सी ते इहनूं डेजर्ट नेम बोल दिंदे आ, जिवें कप केक हो गया, डोनट हो गया, है ना, एक्लेयर हो गया, फ्लो हो गया, जिंजर ब्रेड हो गया, हनी कॉम्ब हो गया, आइसक्रीम सैंडविच हो गया, जैली बीन हो गया, किट कैट, है ना। तो उवें ही लॉलीपॉप हो गया, मार्शमैलो हो गया, नगट्स हो गया, है ना, ओरियो हो गया, पाई हो गया। ਤੇ 10ਵੇਂ ਤੋਂ ਬਾਅਦ ਇਹਨਾਂ ਦਾ ਜਿਹੜਾ ਡੈਜ਼ਰਟ ਨੇਮ ਇਹਨਾਂ ਨੇ ਬੰਦ ਕਰਤਾ ਸੀ ਐਂਡਰੋਇਡ ਨੇ। 11 12 13 ਤੇ ਅੱਜ ਕੱਲ ਕਿਹੜਾ ਚੱਲ ਰਿਹਾ 14 ਲੇਟੈਸਟ ਯਾਦ ਰੱਖ ਲਿਓ। ਜੇ ਯਾਦ ਹੋ ਸਕਦਾ ਤਾਂ ਆ ਯਾਦ ਰੱਖ ਲਿਓ, 9ਵਾਂ ਪਾਈ ਸੀ ਤੇ 8ਵਾਂ ਓਰੀਓ ਸੀ, ਜੇ ਯਾਦ ਰਹਿੰਦਾ ਤਾਂ, ਹਨਾ। ਤੇ ਪਹਿਲਾ ਯਾਦ ਰੱਖ ਸਕਦੇ ਆ ਤਾਂ ਆਪਾਂ ਪਹਿਲਾ ਯਾਦ ਰੱਖ ਲਿਓ ਕੱਪ ਕੇਕ ਸੀਗਾ, ਠੀਕ ਹੈ। ਵੈਸੇ ਮੈਨੂੰ ਲੱਗਦਾ ਘੱਟ ਚਾਂਸ ਨੇ, ਪਰ ਪਤਾ ਨਹੀਂ ਹੁੰਦਾ ਬੰਦਾ ਕੀ ਪੁੱਛ ਲੇ, ਹਨਾ। ਤਾਂ ਇਸ ਤੋਂ ਬਾਅਦ ਇਹ ਹੋ ਗਿਆ ਐਂਡਰੋਇਡ। ਗੂਗਲ ਨੇ 2005 ਦੇ ਵਿੱਚ ਇਹਨਾਂ ਨੂੰ ਅਕਵਾਇਰਡ ਕਰ ਲਿਆ, ਇੰਨੀ ਗੱਲ ਯਾਦ ਰੱਖਣੀ ਹੈ, ਹਨਾ। ਅਗਲਾ ਹੈਗਾ ਟਵਿੱਟਰ ਬਾਰੇ ਵੈਸੇ ਤਾਂ ਆਪਾਂ ਸਾਰਾ ਕੁਝ ਪੜ੍ਹ ਚੁੱਕੇ ਹਾਂ, ਪਰ ਥੋੜੀਆਂ ਜਿਹੀਆਂ ਚੀਜ਼ਾਂ ਮੈਨੂੰ ਲੱਗਦਾ ਆਪਾਂ ਹੋਰ ਤਰੀਕੇ ਨਾਲ ਦੇਖ ਲੈਂਦੇ ਹਾਂ। ਜਿਵੇਂ 2006 ਦੇ ਵਿੱਚ ਜੈਕ ਡੋਰਸੀ, ਨੋ ਗਲਾਸ, ਬਿਜਸਟੋਨ ਤੇ ਇਵਾਨ ਵਿਲੀਅਮ, ਇਹ 4 ਫਾਊਂਡਰ ਸੀਗੇ ਟਵਿੱਟਰ ਦੇ, ਠੀਕ ਹੈ। ਦੀ ਸਰਵਿਸ ਵਾਰ ओरिजिनली ਕਾਲਡ TWTR, ਆ ਵੀ ਯਾਦ ਰੱਖ ਲੈ। ओरिजिनली ਇਹਨੂੰ TWTR ਬੋਲਿਆ ਜਾਂਦਾ ਸੀ, ਬਾਅਦ ਦੇ ਵਿੱਚ ਟਵਿੱਟਰ ਇਹਦਾ ਆਫਟਰ ਲਾਂਚ ਤੋਂ ਬਾਅਦ ਇਹਨੂੰ ਟਵਿੱਟਰ ਨਾਮ ਦਿੱਤਾ ਗਿਆ ਸੀ, ਠੀਕ ਹੈ। 2008 ਦੇ ਵਿੱਚ ਇਹਨਾਂ ਨੇ ਹੈਸ਼ਟੈਗ ਲਾਂਚ ਕੀਤਾ, ਇਹ ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਪੁੱਛਿਆ ਜਾ ਸਕਦਾ ਹੈ। ਟਵਿੱਟਰ ਨੇ ਹੈਸ਼ਟੈਗ ਕਦੋਂ ਲਾਂਚ ਕੀਤਾ, ਕਿਉਂਕਿ ਉਹਨਾਂ ਨੇ ਆਹ ਵਾਲਾ ਪੁੱਛਿਆ ਸੀਗਾ, ਜੈਕ ਡੋਰਸੀ ਸ਼ਾਇਦ ਆਪਸ਼ਨ ਦੇ ਵਿੱਚ ਨਹੀਂ ਪਾਇਆ ਸੀ। ਇਹ ਸਵਾਲ ਪੁੱਛਿਆ ਸੀ, ਹੇਠ ਲਿਖਿਆਂ ਦੇ ਵਿੱਚੋਂ ਕਿਹੜਾ ਇਹਨਾਂ ਦਾ ਫਾਊਂਡਰ ਨਹੀਂ ਹੈਗਾ, ਕੋ ਫਾਊਂਡਰ ਨਹੀਂ ਹੈ, ਤਾਂ ਉਹ ਇਹ ਜੈਕ ਡੋਰਸੀ ਦੀ ਜਗ੍ਹਾ ਤੇ ਜਰਸੀ ਪਾਇਆ ਹੋਇਆ ਸੀ, ਠੀਕ ਹੈ। ਸੋ ਸਰਜੀ, ਪਤਾ ਨਹੀਂ ਜਰਸੀ, ਹਾਂ ਸਰਜੀ ਪਾਇਆ ਹੋਇਆ ਸੀ। ਤਾਂ ਇਹ ਵੀ ਆਪਾਂ ਯਾਦ ਰੱਖਣਾ ਵੀ ਹੈਸ਼ਟੈਗ 2008 ਦੇ ਵਿੱਚ ਸੀ। 2009 ਦੇ ਵਿੱਚ ਇਹਨਾਂ ਨੇ ਟਵੀਟ ਡੈਸਕ ਐਪ ਜਿਹੜਾ ਮੈਨੇਜ ਕਰਦਾ ਸੀ ਟਵੀਟਸ ਨੂੰ, ਠੀਕ ਹੈ। ਸੋ 2011 ਦੇ ਵਿੱਚ ਟਵੀਟ ਡੈਕ ਐਂਡ ਲਾਂਚਡ, ਇਹਨਾਂ ਨੇ ਲਾਂਚ ਕੀਤਾ ਸੀ ਟਵੀਟ ਡੈਕ ਐਪ, ਹੈ ਨਾ। ਫਿਰ ਇਹਨਾਂ ਨੇ ਐਕਵਾਇਰ ਕਰ ਲਿਆ ਟਵੀਟ ਡੈਕ ਐਂਡ ਲਾਂਚ ਬਾਈਨ ਐਪ, ਤੇ ਇਹਨਾਂ ਨੂੰ ਉਸੇ ਨੂੰ ਹੀ ਮਿਕਸ ਕਰਕੇ ਨਵੀਂ ਬਾਈਨ ਐਪ ਲਾਂਚ ਕੀਤੀ ਸੀ, ਜਿਹੜੀ 6 ਸੈਕਿੰਡ ਵੀਡੀਓਜ਼ ਟੂ ਕ੍ਰੀਏਟ ਐਂਡ ਸ਼ੇਅਰ 6 ਸੈਕਿੰਡ ਵੀਡੀਓਜ਼, ਠੀਕ ਹੈ। ਜਿਵੇਂ ਪ੍ਰਮੋਟਡ ਟਵੀਟਸ ਨੂੰ ਪ੍ਰਮੋਟ ਕਰ ਸਕਦੇ ਆ, ਇਹ ਵਾਲਾ ਨਵਾਂ ਫੀਚਰ ਆਇਆ। ਫਿਰ ਪਾਥ ਅਕਵਾਇਰ ਕੀਤਾ ਤੇ ਨਵਾਂ ਫੀਚਰ ਮੂਵਮੈਂਟ ਲਾਂਚ ਕੀਤਾ, ਇਹ ਜ਼ਿਆਦਾ ਇੰਨੇ ਇੰਪੋਰਟੈਂਟ ਨਹੀਂ ਹੈ। ਹੈਸ਼ਟੈਗ ਤੇ ਟਵੀਟ ਡੈਕ, ਇਹ ਦੋ ਯਾਦ ਰੱਖ ਲਿਓ, ਠੀਕ ਹੈ। ਉਸ ਤੋਂ ਬਾਅਦ ਇਹ ਵੀ ਇੰਨੀ ਜ਼ਿਆਦਾ ਇੰਪੋਰਟੈਂਟ ਨਹੀਂ ਹੈ। ਜੈਕ ਡੋਰਸੀ ਸੀਗਾ ਜਿਹੜਾ ਟਵਿੱਟਰ ਦਾ CEO ਰਿਹਾ। ਤੇ ਫਿਰ ਆਪਾਂ 2022 ਦੇ ਵਿੱਚ, ਇਹ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਵੀ ਇਲਨ ਮਸਕ ਨੇ ਐਕਵਾਇਰ ਕੀਤਾ ਸੀ ਟਵਿੱਟਰ। ਪੈਸੇ ਯਾਦ ਰੱਖਣੇ ਜੱਕ ਰਹੇ ਹੋ, $44 ਬਿਲੀਅਨ, ਹੈ ਨਾ। ਸੋ ਇਲਨ ਮਸਕ ਜਿਹੜਾ ਬਹੁਤ ਹੀ ਤੁਹਾਨੂੰ ਪਤਾ ਵੀ ਵੱਡੀਆਂ ਕੰਪਨੀਆਂ ਇਹ ਬੰਦੇ ਕੋਲੇ ਨੇ, ਚਾਹੇ ਆਪਾਂ SpaceX ਦੀ ਗੱਲ ਕਰੀਏ, ਚਾਹੇ ਆਪਾਂ ਡਰਾਈਵਰਲੈਸ ਕਾਰ ਵਾਲਾ, ਇਹ ਬੰਦਾ ਬੜਾ ਜ਼ਿਆਦਾ ਮਤਲਬ ਇਹ ਤੇਜ਼ ਬੰਦਾ, ਹੈ ਨਾ। ਸੋ ਇਸ ਨੇ 2022 ਦੇ ਵਿੱਚ ਟਵਿੱਟਰ ਜਿਹੜਾ ਹਾਇਰ ਕੀਤਾ ਸੀ, ਠੀਕ ਹੈ। ਤਾਂ ਇਸ ਨੇ ਇਹਦਾ ਬੜਾ ਰੌਲਾ ਚੱਲਿਆ ਸੀਗਾ। ਪਰਾਗ ਅਗਰਵਾਲ ਜਿਹੜਾ CEO ਸੀਗਾ ਟਵਿੱਟਰ ਦਾ, ਚੀਫ ਐਗਜ਼ੀਕਿਊਟਿਵ ਆਫਿਸਰ ਸੀ, ਹੈ ਨਾ, ਇਸ ਦੇ ਨਾਲ ਇਹਦੀ ਬੜੀ ਖਹਿਬਾਜ਼ੀ ਸੀ। ਤਾਂ ਇਹਨੇ ਕੀ ਕੀਤਾ, ਪਹਿਲਾਂ ਇਹਨਾਂ ਦਾ ਰੌਲਾ ਚੱਲੀ ਜਾਂਦਾ ਸੀ ਜਦੋਂ ਟਵਿੱਟਰ ਆਪਣੇ ਆਪ 'ਚ ਕੰਪਨੀ ਸੀ, ਤਾਂ ਜਦੋਂ ਲੜਾਈ ਚੱਲਦੀ ਸੀ ਇਹਨੇ ਟਵਿੱਟਰ ਖਰੀਦਿਆ ਤੇ ਸਭ ਤੋਂ ਪਹਿਲਾਂ ਇਹਨੇ ਪਰਾਗ ਅਗਰਵਾਲ ਨੂੰ ਕੱਢਿਆ ਸੀ, ਠੀਕ ਹੈ। ਪਰਾਗ ਅਗਰਵਾਲ ਕੱਢ ਕੇ ਇਹਨੇ ਲਿੰਡਾ ਜੈਕਰੀਨੋ ਨਾਮ ਦਾ ਕੋਈ ਬੰਦਾ ਸੀ, ਲੇਡੀ, ਮੈਨੂੰ ਆਈਡੀਆ ਨਹੀਂ ਹੁਣ, ਇਸ ਨੂੰ ਲਗਾਇਆ ਇਸਨੇ, ਠੀਕ ਹੈ।
ਸੋ ਹੁਣ ਇਹੀ CEO ਹੈ। ਤਾਂ ਟਵਿੱਟਰ ਦਾ ਜੇ ਆਪਾਂ ਲੋਗੋ ਦੀ ਗੱਲ ਕਰੀਏ ਤਾਂ ਪ੍ਰੈਜ਼ੈਂਟ ਇਹ ਵਾਲਾ ਲੋਗੋ ਆ, ਪਹਿਲਾਂ ਇਹ ਵਾਲੇ ਲੋਗੋ ਵੀ ਤੁਸੀਂ ਦੇਖ ਸਕਦੇ ਹੋ। ਉਸ ਤੋਂ ਬਾਅਦ ਆ ਗਿਆ ਸਿਗਨਲ ਤੇ ਵੀ ਸਵਾਲ ਪੁੱਛਿਆ ਜਾ ਸਕਦਾ, ਕਾਫੀ ਇੰਪੋਰਟੈਂਟ ਹੈ। ਸਿਗਨਲ ਦਾ ਫਾਊਂਡਰ ਸੀਗਾ ਜਿਹੜਾ, ਉਹ ਸੀਗਾ ਮੌਕਸੀ ਮਾਰਲਿਨ ਸਪਾਈਕ। ਮੌਕਸੀ ਮਾਰਲਿਨ ਸਪਾਈਕ, ਠੀਕ ਹੈ। ਇਹਦੇ ਨਾਲ ਆਪਾਂ ਦੇਖਾਂਗੇ ਕਿ ਜਿਹੜਾ WhatsApp ਵਾਲਾ ਬੰਦਾ ਸੀਗਾ ਉਹ ਵੀ ਇਹਦੇ ਨਾਲ ਜੁੜੂਗਾ ਅੱਗੇ ਜਾ ਕੇ। ਇਹਦੀ ਹਿਸਟਰੀ ਪੜ੍ਹਨੀ ਜ਼ਰੂਰੀ ਹੈ, ਕਿਉਂਕਿ ਜਿਹੜਾ ਸਿਗਨਲ ਵਾਲਾ ਬੰਦਾ ਸੀਗਾ ਮੌਕਸੀ ਮਾਰਲਿਨ ਸਪਾਈਕ ਸੀਗਾ, ਹਨਾ, ਇਹ ਸੀਗਾ ਸਿਕਿਉਰਿਟੀ ਰਿਸਰਚਰ ਐਂਡ ਕ੍ਰਿਪਟੋਗ੍ਰਾਫਰ। ਕ੍ਰਿਪਟੋਗ੍ਰਾਫੀ ਤਾਂ ਆਪਾਂ ਪੜ੍ਹੀ ਹੈ ਨਾ, ਇਨਕ੍ਰਿਪਸ਼ਨ ਤੇ ਡੀਕ੍ਰਿਪਸ਼ਨ ਨੂੰ ਕ੍ਰਿਪਟੋਗ੍ਰਾਫੀ ਬੋਲਦੇ ਆ। ਤਾਂ ਇਹ ਬੰਦੇ ਦੀ ਸਟੱਡੀ ਇਸ ਲਾਈਨ ਦੇ ਵਿੱਚ ਸੀ, ਤਾਂ ਇਹਨੇ ਬਹੁਤ ਜ਼ਿਆਦਾ ਕੰਮ ਕੀਤਾ। ਤਾਂ ਸਿਗਨਲ ਇੱਕ ਪਹਿਲੀ ਐਪ ਸੀਗੀ ਜਿਹੜੀ ਐਂਡ ਟੂ ਐਂਡ ਇਨਕ੍ਰਿਪਸ਼ਨ ਪ੍ਰੋਵਾਈਡ ਕਰਦੀ ਸੀ। ਇਹ ਤੁਹਾਨੂੰ ਕੰਟਰੋਵਰਸੀ ਪਤਾ ਹੋਣੀ ਵੀ ਜਦੋਂ ਆਪਣਾ ਕਰੋਨਾ ਟਾਈਮ ਸੀ 2020 ਦੇ ਵਿੱਚ, ਤਾਂ WhatsApp ਨੇ ਮਨਾ ਕਰਤਾ ਸੀ, ਕਹਿੰਦੇ ਸੀ ਐਂਡ ਟੂ ਐਂਡ ਇਨਕ੍ਰਿਪਸ਼ਨ ਨਹੀਂ ਲੈ ਕੇ ਆਵਾਂਗੇ। ਤਾਂ ਲੋਕ ਬਹੁਤ ਜ਼ਿਆਦਾ ਸਿਗਨਲ ਬੰਨੀ ਚਲੇ ਗਏ ਸੀ, ਕਿਉਂਕਿ ਸਿਗਨਲ ਸੀ ਜਿਹੜਾ ਐਂਡ ਟੂ ਐਂਡ ਇਨਕ੍ਰਿਪਸ਼ਨ ਪ੍ਰੋਵਾਈਡ ਕਰਦਾ ਸੀ। ਤਾਂ WhatsApp ਨੂੰ ਵੀ ਮਜਬੂਰੀ ਦੇ ਵਿੱਚ ਆ ਕੇ ਫਿਰ ਉਹਨਾਂ ਨੇ ਦੁਬਾਰਾ ਕਿਹਾ ਵੀ ਨਾ ਮਿੱਤਰੋ, ਸਾਨੂੰ ਛੱਡ ਕੇ ਰਹਿ ਜਾਓ, ਅਸੀਂ ਦੁਬਾਰਾ ਐਂਡ ਟੂ ਐਂਡ ਇਨਕ੍ਰਿਪਸ਼ਨ ਲੈ ਕੇ ਆਵਾਂਗੇ, ਹਨਾ। ਤਾਂ ਇਹ ਪਹਿਲੀ ਐਪ ਸੀਗੀ ਸਿਗਨਲ ਜਿਹੜੀ ਐਂਡ ਟੂ ਐਂਡ ਇਨਕ੍ਰਿਪਸ਼ਨ ਪ੍ਰੋਵਾਈਡ ਕਰਦੀ ਸੀ। ਉਹ ਵੱਖਰੀ ਗੱਲ ਹੈ ਵੀ ਇਹਦੇ ਨਾਮ ਵੱਖੋ ਵੱਖਰੇ ਸੀ। ਇਹ ਦੋ ਐਪ ਤੋਂ ਮਿਲ ਕੇ ਬਣੀ ਹੈ ਸਿਗਨਲ। ਦੋ ਐਪ ਕਿਹੜੀਆਂ ਤੋਂ ਬਣੀ ਹੈ? ਇੱਕ ਤਾਂ ਰੈੱਡ ਫੋਨ ਜਿਹੜੀ ਕਿ ਵੌਇਸ ਕਾਲਿੰਗ ਦੇ ਲਈ ਸੀ ਅਲੱਗ ਤੋਂ, ਇੱਕ ਸੀਗੀ ਟੈਕਸਟ ਸਿਕਿਉਰ ਜਿਹੜੀ ਕਿ ਟੈਕਸਟ ਮੈਸੇਜਿੰਗ ਦੇ ਲਈ ਸੀ। ਦੋ ਐਪ ਨੂੰ ਮਿਲ ਕੇ ਇਹ ਸਿਗਨਲ ਬਣੀ ਹੈ। ਸੋ ਇਹਦਾ ਸਫ਼ਰ ਦੇਖਾਂਗੇ ਆਪਾਂ ਕਿਵੇਂ ਦਾ। ਕਹਿੰਦਾ ਮਾਰਲਿਨ ਸਪਾਈਕਸ ਕੋ ਫਾਊਂਡਰ ਵਿਸਪਰ ਸਿਸਟਮ ਇਨ 2010 ਦੇ ਵਿੱਚ ਇਹਨੇ ਵਿਸਪਰ ਸਿਸਟਮ ਬਣਾਇਆ, ਵਿਚ ਡਿਵੈਲਪਡ ਦੀ ਰੈੱਡ ਫੋਨ ਐਂਡ ਟੈਕਸਟ ਸਿਕਿਉਰ। ਇਹਨੇ ਦੋ ਐਪ ਬਣਾਈਆਂ। ਵਿਸਪਰ ਸਿਸਟਮ ਇੱਕ ਕੰਪਨੀ ਕਹਿ ਲਓ, ਵਿਸਪਰ ਸਿਸਟਮ ਜਾਂ ਇੱਕ ਆਰਗੇਨਾਈਜੇਸ਼ਨ ਕਹਿ ਲਓ, ਇੱਕ ਫਰਮ ਕਹਿ ਲਓ, ਜਿਹਦੇ ਅੰਡਰ ਇਹਨੇ ਦੋ ਐਪ ਬਣਾਈਆਂ, ਰੈੱਡ ਫੋਨ ਤੇ ਟੈਕਸਟ ਸਿਕਿਉਰ। ਰੈੱਡ ਫੋਨ ਸੀ ਕਾਲਿੰਗ ਨੂੰ ਸਿਕਿਉਰ ਕਰਦਾ ਸੀ, ਟੈਕਸਟ ਸਿਕਿਉਰ ਸੀ ਜਿਹੜਾ ਟੈਕਸਟ ਮੈਸੇਜਿੰਗ ਨੂੰ ਇਨਕ੍ਰਿਪਸ਼ਨ ਪ੍ਰੋਵਾਈਡ ਕਰਦਾ ਸੀ, ਠੀਕ ਹੈ। ਫਿਰ ਕੀ ਹੁੰਦਾ 2010 ਦੇ ਵਿੱਚ, ਚਲੋ ਇਹ ਤਾਂ ਉਹੀ ਗੱਲ ਆ ਗਈ। 2011 ਦੇ ਵਿੱਚ ਵਿਸਪਰ ਸਿਸਟਮ ਸੀ ਜਿਹੜਾ ਟਵਿੱਟਰ ਨੇ ਅਕਵਾਇਰ ਕਰ ਲਿਆ ਸੀ। ਤੇ ਫਿਰ ਟਵਿੱਟਰ ਨੇ ਕੀ ਕੀਤਾ 2011 ਦੇ ਵਿੱਚ ਹੀ ਓਪਨ ਸੋਰਸ ਸੌਫਟਵੇਅਰ ਦੇ ਅੰਡਰ ਰਿਲੀਜ਼ ਕੀਤਾ ਕਾਸ ਨੂੰ, ਟੈਕਸਟ ਸਿਕਿਉਰ ਨੂੰ। ਤੇ 2012 ਦੇ ਵਿੱਚ ਉਹਨਾਂ ਨੇ ਰੈੱਡ ਫੋਨ ਨੂੰ ਵੀ ਓਪਨ ਸੋਰਸ ਸੌਫਟਵੇਅਰ ਦੇ ਅੰਡਰ ਰਿਲੀਜ਼ ਕੀਤਾ। ਓਪਨ ਸੋਰਸ ਕਿਹੜੇ ਹੁੰਦੇ ਨੇ? ਜਿਹਦਾ ਕੋਡ ਆਮ ਪਬਲਿਕ ਦੇ ਲਈ ਅਵੇਲੇਬਲ ਆ, ਕੋਈ ਵੀ ਬੰਦਾ ਉਸ ਕੋਡ ਨੂੰ ਚੇਂਜਸ ਕਰ ਸਕਦਾ ਤੇ ਨਵੀਆਂ ਅਪਡੇਸ਼ਨ ਕਰ ਸਕਦਾ। ਜਿਵੇਂ ਐਂਡਰੋਇਡ ਵੀ ਇੱਕ ਓਪਨ ਸੋਰਸ ਹੈ, ਮੈਂ ਦੱਸਣਾ ਭੁੱਲ ਗਿਆ, ਉੱਥੇ ਲਿਖ ਲਿਓ, ਐਂਡਰੋਇਡ ਇਜ਼ ਏ ਓਪਨ ਸੋਰਸ ਪਲੇਟਫਾਰਮ। ਸਿਮਿਲਰਲੀ ਟਵਿੱਟਰ ਨੇ ਟੈਕਸਟ ਸਿਕਿਉਰ ਤੇ ਰੈੱਡ ਫੋਨ ਦੋਨਾਂ ਨੂੰ ਹੀ ਓਪਨ ਸੋਰਸ ਰਿਲੀਜ਼ ਕੀਤਾ। ਤਾਂ ਕੀ ਹੋਇਆ ਫਿਰ ਬਾਅਦ ਦੇ ਵਿੱਚ ਇਹਨੇ ਕੰਪਨੀ ਛੱਡਤੀ, ਟਵਿੱਟਰ ਨੂੰ ਛੱਡਤਾ ਇਹਨੇ 2013 ਦੇ ਵਿੱਚ ਮਾਰਕਲਿਨ ਸਪਾਈਕ ਨੇ। ਤੇ ਇਹਨੇ ਨਵੀਂ ਇੱਕ ਬਣਾਤੀ ਓਪਨ ਵਿਸਪਰ ਸਿਸਟਮ। ਪਹਿਲਾਂ ਵਿਸਪਰ ਸਿਸਟਮ ਸੀ ਨਾ, ਵਿਸਪਰ ਸਿਸਟਮ 2010 ਦੇ ਵਿੱਚ ਇਹਨੇ ਨਵੀਂ ਬਣਾਤੀ। ਕਹਿੰਦਾ ਤੁਸੀਂ ਓਪਨ ਸੋਰਸ ਦੇ ਅੰਡਰ ਕੰਮ ਕਰ ਰਹੇ ਹੋ, ਮੈਂ ਤਾਂ ਕਹਿੰਦਾ ਆਪਣਾ ਕੰਮ ਕਰੂੰਗਾ ਓਪਨ ਸੋਰਸ ਦੇ ਵਿੱਚ। ਹੁਣ ਇਹ ਟਵਿੱਟਰ ਦੀ ਪ੍ਰੋਪਰਟੀ ਥੋੜਾ ਹੀ ਆ, ਤਾਂ ਕੋਈ ਵੀ ਬੰਦਾ ਇਹਦੇ ਵਿੱਚ ਚੇਂਜਸ ਕਰ ਸਕਦਾ। ਤਾਂ ਫਿਰ ਇਹਨੇ ਕੋਲੈਬੋਰੇਟ ਕੀਤਾ ਓਪਨ ਸੋਰਸ ਪ੍ਰੋਜੈਕਟ ਦੇ ਨਾਲ ਤੇ ਕੰਟੀਨਿਊਸਲੀ ਇਹਦੇ ਤੇ ਕੰਮ ਕਰਨ ਲੱਗਿਆ, ਟੈਕਸਟ ਸਿਕਿਉਰ ਤੇ ਰੈੱਡ ਫੋਨ ਤੇ, ਠੀਕ ਹੈ। ਓਪਨ ਵਿਸਪਰ ਸਿਸਟਮ ਇਹਨਾਂ ਨੇ 2013 ਦੇ ਵਿੱਚ ਆਪਣੀ ਵੈਬਸਾਈਟ ਲਾਂਚ ਕੀਤੀ ਤੇ 2014 ਦੇ ਵਿੱਚ ਓਪਨ ਵਿਸਪਰ ਸਿਸਟਮ ਇੰਟਰੋਡਿਊਸ ਦੀ ਸੈਕੰਡ ਵਰਜ਼ਨ ਆਫ देयर ਟੈਕਸਟ ਸਿਕਿਉਰ ਪ੍ਰੋਟੋਕਾਲ। ਹੁਣ ਜਿਹੜੀ ਨੂੰ ਸਿਗਨਲ ਕਹਿੰਦੇ ਆ, ਇਹਨੇ ਦੂਸਰਾ ਵਰਜ਼ਨ ਲਾਂਚ ਕੀਤਾ ਜਿਹਦੇ ਵਿੱਚ ਐਡ ਕੀਤਾ ਉਹਨੇ ਐਂਡ ਟੂ ਐਂਡ ਇਨਕ੍ਰਿਪਸ਼ਨ, ਠੀਕ ਹੈ। ਗਰੁੱਪ ਚੈਟ ਐਂਡ ਇਨਸਟੈਂਟ ਮੈਸੇਜਿੰਗ ਕੈਪੇਬਿਲਿਟੀ ਟੂ ਟੈਕਸਟ ਸਿਕਿਉਰ। ਤਾਂ ਮੈਸੇਜ ਕਰਨ ਦੇ ਲਈ ਐਂਡ ਟੂ ਐਂਡ ਇਨਕ੍ਰਿਪਸ਼ਨ ਇਹਨੇ ਐਡ ਕੀਤੀ। ਤੇ 2015 ਦੇ ਵਿੱਚ, ਇਹ ਬਹੁਤ ਇੰਪੋਰਟੈਂਟ ਪੁਆਇੰਟ ਯਾਦ ਰੱਖਣ ਵਾਲਾ, 2015 ਦੇ ਵਿੱਚ ਇਹਨਾਂ ਨੇ ਮਰਜ ਕਰਤਾ ਟੈਕਸਟ ਸਿਕਿਉਰ ਨੂੰ ਤੇ ਰੈੱਡ ਫੋਨ ਨੂੰ, ਜਿਹਦੇ ਤੋਂ ਕੀ ਬਣ ਗਿਆ? ਸਿਗਨਲ ਬਣ ਗਿਆ। ਤਾਂ ਆਪਾਂ ਨੂੰ ਪੁੱਛ ਸਕਦਾ ਵੀ ਸਿਗਨਲ ਕਿਹੜੀਆਂ ਐਪ ਤੋਂ ਮਿਲ ਕੇ ਬਣਿਆ? ਟੈਕਸਟ ਸਿਕਿਉਰ ਤੇ ਰੈੱਡ ਫੋਨ ਤੋਂ। ਕਿਹੜੇ ਸਾਲ ਮਰਜ ਹੋਇਆ? 2015 ਦੇ ਵਿੱਚ। ਪਹਿਲੀ ਵਾਰੀ ਟੈਕਸਟ ਸਿਕਿਉਰ ਤੇ ਰੈੱਡ ਫੋਨ ਕਦੋਂ ਲਾਂਚ ਕੀਤਾ? 2010 ਦੇ ਵਿੱਚ। ਤੇ ਆਪਾਂ ਕਹਿ ਸਕਦੇ ਹਾਂ ਵੀ ਟਵਿੱਟਰ ਨੇ ਕਦੋਂ ਇਹਨਾਂ ਨੂੰ ਐਕਵਾਇਰ ਕੀਤਾ? 2011 ਦੇ ਵਿੱਚ। ਇੱਕ ਸਬਰਨ 2010 ਚ ਬਣਾਇਆ, 2011 ਚ ਟਵਿੱਟਰ ਨੇ ਲੈ ਲਿਆ ਸੀ, ਠੀਕ ਹੈ, ਯਾਦ ਰੱਖਣਾ। 2018 ਦੇ ਵਿੱਚ ਇਹਨਾਂ ਨੇ ਸਿਗਨਲ ਫਾਊਂਡੇਸ਼ਨ ਬਣਾਈ ਤੇ ਨਾਲ ਕਿਹਨੂੰ ਰੱਖਿਆ? ਆਹ ਰੱਖਿਆ ਬ੍ਰੇਨ ਐਕਟਨ। ਇਹ ਕੀ ਸੀਗਾ? WhatsApp
WhatsApp co-founder, ਜਿਹੜਾ ਕਿ ਇਹ ਯਾਹੂ ਦੇ ਵਿੱਚ ਕੰਮ ਕਰ ਚੁੱਕਿਆ ਸੀ। ਠੀਕ ਹੈ, ਪਹਿਲਾਂ ਇਹ ਅਰਲੀਅਰ ਯਾਹੂ ਅਰਲੀਅਰ ਦੁਬਾਰੇ ਲਿਖਦਾ ਬ੍ਰੇਨ ਐਕਟਨ ਸੀਗਾ ਜਿਹੜਾ ਹੈ ਨਾ, ਇਹ co-founder of WhatsApp। earlier EARLI earlier worked for Yahoo also, ਜਿਹੜਾ ਕਿ ਯਾਹੂ ਲਈ ਕੰਮ ਕਰ ਚੁੱਕਿਆ ਸੀ ਹੈ ਨਾ। ਬ੍ਰੇਨ ਐਕਟਨ 2018 ਦੇ ਵਿੱਚ ਇਹਨਾਂ ਨੇ ਸਿਗਨਲ ਫਾਊਂਡੇਸ਼ਨ ਬਣਾਈ। ਠੀਕ ਹੈ, ਤੇ ਸਿਗਨਲ ਫਾਊਂਡੇਸ਼ਨ ਇਜ਼ ਅ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਦੈਟ ਓਨਸ ਐਂਡ ਡਿਵੈਲਪ ਦੀ ਸਿਗਨਲ ਐਪ। ਤਾਂ ਮੈਨੂੰ ਲੱਗਦਾ ਵੀ ਸਾਨੂੰ ਇਹ ਡਾਊਨਲੋਡ ਕਰਨੀ ਚਾਹੀਦੀ ਹੈ, ਕਿਉਂਕਿ ਇਹ ਬੰਦੇ ਦਾ ਵਿਜ਼ਨ ਬਹੁਤ ਜ਼ਿਆਦਾ ਵੱਡਾ ਹੈਗਾ ਤੇ ਇਹ ਆਪਾਂ ਨੂੰ ਫ੍ਰੀ ਦੇ ਰਿਹਾ ਹੈ। WhatsApp ਦਾ ਤਾਂ ਕੁਝ ਵੀ ਪਤਾ ਨਹੀਂ ਹੈਗਾ, ਤੇ ਜਿਵੇਂ ਆਪਾਂ ਨੂੰ ਪਤਾ ਵੀ WhatsApp ਨੂੰ ਓਨ ਕੌਣ ਕਰਦਾ, ਜਾਂ ਤਾਂ Facebook ਕਹਿ ਲਓ, ਚਾਹੇ ਆਪਾਂ ਪਾਰਟ 1 ਦੇ ਵਿੱਚ ਆਪਾਂ ਦੇਖ ਚੁੱਕੇ ਹਾਂ ਅਲਫਾਬੈਟ ਕੰਪਨੀ ਹੈ ਜਿਹੜੀ ਉਹ WhatsApp ਨੂੰ ਤੇ Instagram ਨੂੰ ਉਹ ਓਨ ਕਰਦੇ ਨੇ। 2014 ਚ ਉਹਨਾਂ ਨੇ WhatsApp ਖਰੀਦਿਆ ਤੇ 2012 ਦੇ ਵਿੱਚ ਉਹਨਾਂ ਨੇ Instagram ਖਰੀਦਿਆ ਹੈ ਨਾ। ਸੋ ਇਹ ਤਾਂ ਆਪਾਂ ਨਹੀਂ ਕਹਿ ਸਕਦੇ ਵੀ Facebook ਤਾਂ ਬੜੀ ਇਹ ਓਪਨ ਸੋਰਸ ਤਾਂ ਦੇ ਹੀ ਰਹੇ, ਓਪਨ ਸੋਰਸ ਨੂੰ ਸਾਨੂੰ ਪ੍ਰਮੋਟ ਕਰਨਾ ਚਾਹੀਦਾ ਹੈ ਨਾ। ਮੈਨੂੰ ਲੱਗਦਾ ਵੀ ਹੌਲੀ ਹੌਲੀ ਚਲੋ ਬੰਦੇ ਦਾ ਆਪਾਂ ਨੂੰ ਸਾਥ ਦੇਣਾ ਚਾਹੀਦਾ ਹੈ ਨਾ। ਇਹ ਲੋਗੋ ਹੈ ਸਿਗਨਲ ਐਪ ਦਾ ਹੈ ਨਾ। ਤਾਂ ਜੇ ਆਪਾਂ ਨੂੰ ਸਵਾਲ ਇਹ ਵੀ ਪੁੱਛ ਸਕਦਾ ਫਸਟ ਐਂਡ ਟੂ ਐਂਡ ਇਨਕ੍ਰਿਪਸ਼ਨ, ਇਹਨੂੰ ਬੋਲਦੇ ਐਂਡ ਟੂ ਐਂਡ ਇਨਕ੍ਰਿਪਸ਼ਨ ਐਪ ਕਿਹੜੀ ਸੀ? ਟੈਕਸਟ ਸਿਕਿਉਰ ਸੀ, ਜਿਹੜੀ 2010 ਦੇ ਵਿੱਚ ਲਾਂਚ ਹੋਈ, ਜਿਹੜੀ ਬਾਅਦ ਦੇ ਵਿੱਚ ਮਰਜ ਹੋ ਕੇ ਆਪਣੇ ਕੋਲੇ ਸਿਗਨਲ ਪ੍ਰੋਟੋਕਾਲ ਬਣ ਗਈ, ਜਿਹੜੀ ਕਿ ਮਾਰਕਲਿਨ ਸਪਾਈਕ ਐਂਡ ਇਹਦੇ ਨਾਲ ਇੱਕ ਹੋਰ ਬੰਦਾ ਸੀ ਐਂਡਰਸਨ, ਸਟੂਅਰਟ ਐਂਡਰਸਨ। ਠੀਕ ਹੈ, ਸੋ ਮੌਕਸੀ, ਮਾਰਕਲਿਨ ਸਪਾਈਕ ਐਂਡ ਸਟੂਅਰਟ ਐਂਡਰਸਨ, ਇਹ ਬੰਦਿਆਂ ਨੇ ਬਣਾਈ ਸੀ, ਆਪਾਂ ਯਾਦ ਰੱਖਣਾ। ਠੀਕ ਹੈ, ਕੁਝ ਹੋਰ ਐਪਲੀਕੇਸ਼ਨਾਂ ਨੇ ਜਿਹੜੀਆਂ ਐਂਡ ਟੂ ਐਂਡ ਇਨਕ੍ਰਿਪਸ਼ਨ ਪ੍ਰੋਵਾਈਡ ਕਰਦੀਆਂ ਨੇ, ਜਿਵੇਂ ਸਿਗਨਲ ਹੋ ਗਿਆ, WhatsApp ਹੋ ਗਿਆ, ਵਾਇਰ, ਟੈਲੀਗ੍ਰਾਮ, ਥਰੀਮਾ, ਵਿਕਰਿਕ, ਪ੍ਰੋਟੋਨ ਮੇਲ ਵੀ ਇੱਕ ਆਪਾਂ ਨੂੰ ਐਂਡ ਟੂ ਐਂਡ ਇਨਕ੍ਰਿਪਸ਼ਨ ਪ੍ਰੋਵਾਈਡ ਕਰਦਾ। ਇਹ ਪੇਡ ਆ, ਫ੍ਰੀ ਨਹੀਂ ਹੈ। ਜਿਵੇਂ ਜੀਮੇਲ ਹੋ ਗਿਆ, ਯਾਹੂ ਹੋ ਗਿਆ, ਆਊਟਲੁੱਕ ਹੋ ਗਿਆ, ਉਹ ਆਪਾਂ ਨੂੰ ਐਂਡ ਟੂ ਐਂਡ ਇਨਕ੍ਰਿਪਸ਼ਨ ਪ੍ਰੋਵਾਈਡ ਨਹੀਂ ਕਰਦੇ। ਪ੍ਰੋਟੋਨ ਮੇਲ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਮੈਨੂੰ ਲੱਗਦਾ ਵੀ ਇਹਦੇ ਤੇ ਸਵਾਲ ਪੁੱਛ ਸਕਦਾ ਵੀ ਕਿਹੜੀ ਮੇਲ ਹੇਠ ਲਿਖਿਆਂ ਦੇ ਵਿੱਚੋਂ ਐਂਡ ਟੂ ਐਂਡ ਇਨਕ੍ਰਿਪਸ਼ਨ ਪ੍ਰੋਵਾਈਡ ਕਰਦੀ ਹੈ, ਤਾਂ ਪ੍ਰੋਟੋਨ ਮੇਲ। ਆਹ ਵਾਲੀਆਂ ਐਪਲੀਕੇਸ਼ਨਾਂ ਵੀ ਯਾਦ ਰੱਖ ਲਿਓ। ਇੱਕ ਸਾਈਫਰ ਟੈਕਸਟ ਐਪਲੀਕੇਸ਼ਨ ਹੈ ਜਿਹੜੀਆਂ ਫਾਈਲ ਸ਼ੇਅਰਿੰਗ ਦੇ ਲਈ ਵਰਤੀ ਜਾਂਦੀ ਹੈ, ਜਿਹੜੀ ਕਿ ਐਂਡ ਟੂ ਐਂਡ ਇਨਕ੍ਰਿਪਸ਼ਨ ਪ੍ਰੋਵਾਈਡ ਕਰਦੀ ਆ। ਸੋ ਇਹ ਆਪਾਂ ਦੇਖਿਆਗਾ ਗੱਲਬਾਤ ਸਿਗਨਲ ਬਾਰੇ। ਨੈਕਸਟ ਆਪਾਂ ਦੇਖਦੇ ਹਾਂ ਐਪਲ ਬਾਰੇ। ਐਪਲ ਸੀਗਾ ਜਿਹੜਾ ਕੋ-ਫਾਊਂਡ ਕੀਤਾ ਸੀ, ਸਟੀਵ ਜੌਬਸ ਬਾਰੇ ਜਾਣਦੇ ਆ। ਸਟੀਵ ਵੋਜ਼ਨਾਇਕ ਹੋ ਗਿਆ, ਇੱਕ ਰੋਨਾਲਡ ਵੇਨ ਹੋ ਗਿਆ। ਇਹ ਤਿੰਨ ਬੰਦੇ ਸੀ, ਇਹ ਜ਼ਰੂਰ ਯਾਦ ਰੱਖਣੇ ਨੇ ਆਪਾਂ, ਬਹੁਤ ਇੰਪੋਰਟੈਂਟ ਨੇ, ਪੁੱਛਿਆ ਜਾ ਸਕਦਾ। ਸਟੀਵ ਜੌਬ ਸੀਗਾ ਜਿਹੜਾ ਇਹ ਕੋ-ਫਾਊਂਡਰ ਸੀ, ਮੇਨ ਇਹੀ CEO ਵੀ ਰਿਹਾ, ਬਹੁਤ ਵੱਡਾ ਯੋਗਦਾਨ ਸੀ ਇਹਦਾ ਕੰਪਨੀ ਦੇ ਵਿੱਚ ਹੈ ਨਾ। ਜ਼ਿਆਦਾ ਨਹੀਂ ਪੜਾਂਗੇ ਆਪਾਂ। ਸਟੀਵ ਵੋਜ਼ਨਾਇਕ ਸੀ ਜਿਹੜਾ ਇਹ ਜਦੋਂ ਐਪਲ ਨੇ ਐਪਲ 1 ਤੇ ਐਪਲ 2 ਕੰਪਿਊਟਰ ਬਣਾਏ ਸੀ, ਉਹਨਾਂ ਦੇ ਵਿੱਚ ਇਹਨਾਂ ਦਾ ਜ਼ਿਆਦਾ ਯੋਗਦਾਨ ਸੀ ਹੈ ਨਾ। ਤੇ ਲੈਫਟ ਕਰਤਾ ਸੀ ਇਹਨੇ 1980 ਦੇ ਵਿੱਚ ਹੀ, ਛੱਡ ਗਿਆ ਸੀ ਕੰਪਨੀ ਨੂੰ ਇਹ। ਤੇ ਰੋਨਾਲਡ ਵੇਨ ਸੀ ਜਿਹੜਾ ਵਾਈਨੀ ਜਾਂ ਵੇਨ ਕਹਿ ਲਓ, ਇਹਦਾ ਬਹੁਤ ਹੀ ਛੋਟਾ ਟਨਿਓਰ ਸੀ, ਜ਼ਿਆਦਾ ਕੰਪਨੀ 'ਚ ਰਿਹਾ ਨਹੀਂ ਇਹ, ਤੇ ਛੱਡ ਗਿਆ। ਤੇ ਇਹ ਵਾਲੇ ਲੋਗੋ ਆਪਾਂ ਕਹਿ ਸਕਦੇ ਹਾਂ ਵੀ ਐਪਲ ਦੇ ਲੋਗੋ, ਤੁਸੀਂ ਜੇ ਸਵਾਲ ਪੁੱਛ ਲਏ। ਐਪਲ ਦੀਆਂ ਡਿਵੀਜ਼ਨ ਜਿਵੇਂ ਐਪਲ ਰਿਟੇਲ ਹੋ ਗਿਆ, ਐਪਲ ਮਿਊਜ਼ਿਕ, ਐਪਲ TV ਪਲੱਸ, ਐਪਲ ਆਰਕੇਡ, ਐਪਲ ਸਰਵਿਸਿਜ਼ ਹੋ ਗਈਆਂ, ਐਪਲ ਮੈਪਸ, ਜਿਵੇਂ ਗੂਗਲ ਦਾ ਆਪਣਾ ਮੈਪ ਉਵੇਂ ਐਪਲ ਦਾ ਮੈਪ ਹੈ। ਸੀਰੀ, ਐਪਲ ਸੀਰੀ ਹੈ, ਵਰਚੁਅਲ ਅਸਿਸਟੈਂਟ ਹੈ ਨਾ। ਐਪਲ ਡਿਜ਼ਾਈਨ ਐਂਡ ਇੰਡਸਟਰੀਅਲ ਡਿਜ਼ਾਈਨ ਗਰੁੱਪ ਇਹਨਾਂ ਦਾ ਹੈ। ਐਪਲ ਇੰਜੀਨੀਅਰ ਹੋ ਗਿਆ, ਮੈਕਨਟੋਜ਼, ਇਹ ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਸਵਾਲ ਪੁੱਛਿਆ ਜਾ ਸਕਦਾ ਹੈ। ਪਹਿਲਾ ਕੰਪਿਊਟਰ ਐਪਲ ਨੇ ਆਪਣਾ ਕਦੋਂ ਲਾਂਚ ਕੀਤਾ ਸੀ? 1984 ਦੇ ਵਿੱਚ। ਠੀਕ ਆ, ਫਿਰ ਆਈਮੈਕ ਹੋ ਗਿਆ 1998 ਦੇ ਵਿੱਚ, ਆਈਪੌਡ, ਆਈਟਿਊਨ, ਤੇ ਫਿਰ ਆਈਫੋਨ। ਜਿਵੇਂ ਬਾਬਾ ਕਹਿੰਦਾ ਹੁੰਦਾ ਵੀ ਐਪਲ ਦਾ ਫੋਨ ਤੈਨੂੰ 6ਵੀਂ ਜਨਰੇਸ਼ਨ ਦਾ, ਹਨਾ। ਸੋ ਇਹ ਐਪਲ ਦਾ ਫੋਨ ਸੀ ਜਿਹੜਾ 2007 ਦੇ ਵਿੱਚ ਫਸਟ ਫੋਨ ਐਪਲ ਨੇ ਲਾਂਚ ਕੀਤਾ ਸੀ, ਵੀ ਆਪਾਂ ਯਾਦ ਰੱਖਣਾ। ਐਪ ਸਟੋਰ 2008 ਦੇ ਵਿੱਚ, ਆਈਪੈਡ ਹੋ ਗਿਆ, ਸ਼ਾਇਦ ਆਈਪੈਡ ਆਪਾਂ ਕਰ ਚੁੱਕੇ ਹਾਂ ਪਿਛਲੇ ਦੇ ਵਿੱਚ।
ਆਈਪੌਡ ਸੀ ਉਹ ਨਾ, ਆਈਪੌਡ ਤੇ ਇਹਦੇ ਸਾਲ ਸੂਲ ਯਾਦ ਰੱਖਣ ਦੀ ਲੋੜ ਨਹੀਂ, ਬਸ ਇੱਕ ਐਪਲ ਦਾ ਆਈਫੋਨ ਇਹ ਜ਼ਰੂਰ ਯਾਦ ਰੱਖ ਲਿਓ। ਇਹ ਸਵਾਲ ਪੁੱਛਿਆ ਗਿਆ ਇੱਕ ਵਾਰੀ ਕੰਪੀਟੀਟਿਵ ਦੇ ਵਿੱਚ ਵੀ ਆਈਫੋਨ ਕਦੋਂ ਲਾਂਚ ਕੀਤਾ ਸੀ। ਆਈ ਕਲਾਊਡ ਇਹ ਵੀ ਇੰਪੋਰਟੈਂਟ ਹੈ, ਜਿਵੇਂ ਗੂਗਲ ਕਲਾਊਡ ਆ ਉਵੇਂ ਹੀ ਆਈ ਕਲਾਊਡ 2011 ਦੇ ਵਿੱਚ। ਐਪਲ ਟੀਵੀ ਪਲੱਸ ਹੋ ਗਿਆ, ਮੈਕ ਪ੍ਰੋ ਹੋ ਗਿਆ। ਹਾਂ ਆਹ ਬਹੁਤ ਜ਼ਿਆਦਾ ਪੁਆਇੰਟ ਯਾਦ ਰੱਖਣ ਵਾਲਾ, ਐਪਲ ਸਿਲੀਕॉन। ਤਾਂ ਜਿਵੇਂ ਹੀ ਇੰਟੈਲ ਇੱਕ ਕੰਪਨੀ ਹੈ ਜਿਹੜੀ ਕਿ ਪ੍ਰੋਸੈਸਰ ਪ੍ਰੋਵਾਈਡ ਕਰਦੀ ਹੈ ਹਨਾ, ਇੰਟੈਲ ਤੇ AMD ਇਹਨਾਂ ਦੇ ਵੀ ਪ੍ਰੋਸੈਸਰ ਹੁੰਦੇ ਨੇ ਤੇ AMD ਦੇ ਵੀ ਪ੍ਰੋਸੈਸਰ ਹੁੰਦੇ ਨੇ। ਇੰਟੈਲ ਦਾ ਪਹਿਲਾ ਪ੍ਰੋਸੈਸਰ ਸੀਗਾ 4004, ਠੀਕ ਹੈ, ਇਹ ਯਾਦ ਰੱਖਣਾ। ਇੰਟੈਲ ਦਾ 4004 ਪਹਿਲਾ ਪ੍ਰੋਸੈਸਰ ਸੀ ਤੇ ਇੰਟੈਲ ਦੀ i ਸੀਰੀਜ਼ ਚੱਲਦੀ ਹੈ i7 i9 ਹਨਾ, i3 i5। ਸੋ ਉਵੇਂ ਹੀ AMD ਦੀ Ryzen 5 Ryzen ਸੀਰੀਜ਼ ਚੱਲਦੀ ਹੈ ਹਨਾ। ਬਟ ਕਹਿੰਦਾ ਐਪਲ ਨੇ ਆਪਣਾ ਪ੍ਰੋਸੈਸਰ ਬਣਾਇਆ ਸੀ, ਐਪਲ ਸਿਲੀਕॉन। 2020 ਤੋਂ ਇਹ ਜਿਹੜੇ ਆਪਣੇ ਕੰਪਿਊਟਰ ਸੀ ਉਹਨਾਂ ਦੇ ਵਿੱਚ, ਮੈਕ ਕੰਪਿਊਟਰ ਦੇ ਵਿੱਚ ਇਹ ਆਪਣਾ ਪ੍ਰੋਸੈਸਰ ਬਣਾਉਣ ਯੂਜ਼ ਕਰਦੇ ਨੇ, ਜਿਹਨੂੰ ਐਪਲ ਸਿਲੀਕॉन ਕਹਿੰਦੇ ਆਪਾਂ। ਹੁਣ ਐਪਲ ਦੇ ਦੋ ਆਪਰੇਟਿੰਗ ਸਿਸਟਮ ਨੇ, ਦੇਖੋ ਇਹ ਬੜਾ ਵਧੀਆ ਪੁਆਇੰਟ ਹੈ। ਐਪਲ, ਇਹ ਮੈਂ ਤੁਹਾਨੂੰ ਡਾਇਗਰਾਮ ਬਣਾ ਦੇਣਾ, ਯਾਦ ਕਰ ਲਿਓ। ਐਪਲ OS ਮੋਬਾਈਲ ਵਾਸਤੇ, ਇਹ ਸਵਾਲ ਵੀ ਪੁੱਛਿਆ ਗਿਆ। ਡੈਸਕਟਾਪ ਤੇ ਲੈਪਟਾਪ ਵਾਸਤੇ, ਡੈਸਕਟਾਪ ਐਂਡ ਲੈਪਟਾਪ। ਡੈਸਕਟਾਪ ਹੁੰਦਾ ਕੰਪਿਊਟਰ ਜਿਹੜਾ ਘਰੇ ਹੁੰਦਾ, ਲੈਪਟਾਪ ਜਿਹੜਾ ਆਪਾਂ ਲੈਪਟਾਪ ਹੁੰਦਾ। PC ਦੋਨਾਂ ਨੂੰ ਹੀ ਪਰਸਨਲ ਕੰਪਿਊਟਰ ਬੋਲਦੇ ਆ। ਪਰਸਨਲ ਕੰਪਿਊਟਰ ਦਾ ਫਾਦਰ ਕੌਣ ਸੀ? ਹੈਨਰੀ ਐਡਵਰਡ ਰੌਬਰਟ, 1975 ਚ ਬਣਾਇਆ ਸੀ। ਹੁਣ ਮੋਬਾਈਲ ਵਾਸਤੇ ਜੇ ਆਪਾਂ ਗੱਲ ਕਰੀਏ ਤਾਂ ਇਹਨਾਂ ਦਾ ਆਪਰੇਟਿੰਗ ਸਿਸਟਮ ਹੈਗਾ ਜਿਹੜਾ iOS ਹੈ। ਡੈਸਕਟਾਪ ਵਾਸਤੇ ਜਿਹੜਾ ਇਹਨਾਂ ਦਾ ਹੈਗਾ ਮੈਕ OS। ਇਹ ਡਾਇਗਰਾਮ ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਸਕਰੀਨਸ਼ਾਟ ਲੈ ਲਓ ਉਹਦਾ, ਠੀਕ ਹੈ, ਪੁੱਛਿਆ ਜਾ ਸਕਦਾ। ਉਹਨੂੰ ਪੁੱਛਿਆ ਸੀਗਾ ਇੱਕ ਹੁਣੀ ਰੀਸੈਂਟ ਸ਼ਿਫਟ ਦੇ ਵਿੱਚ ਵੀ ਪੁੱਛਿਆ ਵੀ ਹੇਠ ਲਿਖਿਆਂ ਦੇ ਵਿੱਚੋਂ ਕਿਹੜਾ ਡੈਸਕਟਾਪ ਆਪਰੇਟਿੰਗ ਸਿਸਟਮ ਨਹੀਂ ਹੈ, ਤਾਂ ਉਹਨੇ ਦੂਜੇ ਦਿੱਤੇ ਹੋਏ ਸੀਗੇ। Ubuntu ਹੋ ਗਿਆ, ਜਿਵੇਂ Ubuntu ਦਾ ਆਨਸਰ ਆਉਣਾ ਸੀ ਉਹ ਲੈਪਟਾਪ ਡੈਸਕਟਾਪ, ਸੌਰੀ ਪਤਾ ਨਹੀਂ ਕੀ, ਮੈਨੂੰ ਹੁਣ ਸਵਾਲ ਭੁੱਲ ਗਿਆ। ਇਸੇ ਤਰ੍ਹਾਂ ਹੀ ਮਤਲਬ ਲੌਜੀਕਲ ਸਵਾਲ ਹੈ, ਜਿਵੇਂ ਬੱਚਿਆਂ ਨੇ ਵੀ ਲਿਖਿਆ ਵੀ ਰਟਾਫਿਕੇਸ਼ਨ ਨਹੀਂ ਚੱਲਦੀ ਤਾਂ ਕਰਕੇ ਆਪਾਂ ਡੀਪ ਦੇ ਵਿੱਚ ਜਾ ਰਹੇ ਹਾਂ। ਕੰਮ ਜਿਹੜਾ ਹੈ ਹੁਣ ਤੱਕ ਆਪਾਂ ਵੈਸੇ ਹੀ ਆਪਣਾ ਕਹਿ ਲਓ ਵੀ ਸਟਾਈਲ ਹੀ ਨਹੀਂ ਐਵੇਂ ਦਾ ਵੀ ਆਪਾਂ ਪੜ੍ਹਦੇ ਡੀਪ ਦੇ ਵਿੱਚ ਆ। ਰਟਾਫਿਕੇਸ਼ਨ ਮੈਨੂੰ ਲੱਗਦਾ ਵੀ ਮੈਨੂੰ ਖੁਦ ਨੂੰ ਇਹ ਮਹਿਸੂਸ ਹੁੰਦਾ, ਮੈਂ ਕਦੇ ਜ਼ਿੰਦਗੀ ਦੇ ਵਿੱਚ ਇਸ ਤਰੀਕੇ ਦਾ ਕੰਮ ਨਹੀਂ ਕੀਤਾ ਵੀ ਯਾਦ ਕਰਕੇ ਜਾਈਏ। ਮੈਨੂੰ ਹੁੰਦਾ ਕਨਸੈਪਚੁਅਲ ਨੌਲੇਜ ਹੋਣੀ ਚਾਹੀਦੀ ਹੈ। ਸੋ ਉਸੇ ਤਰੀਕੇ ਦਾ ਹੀ ਕੰਪਿਊਟਰ ਆ ਰਿਹਾ ਹੈ ਨਾ। ਸੋ ਜੇ ਤੁਸੀਂ ਕਨਸੈਪਟ ਤੇ ਜ਼ਿਆਦਾ ਧਿਆਨ ਦਿਓਗੇ ਤਾਂ ਤੁਸੀਂ ਜ਼ਿੰਦਗੀ 'ਚ ਕਦੇ ਮਾਰ ਨਹੀਂ ਖਾਂਦੇ। ਤੁਸੀਂ ਬਾਕੀ ਸਬਜੈਕਟਸ ਦੇ ਵਿੱਚ ਵੀ ਇਹ ਚੀਜ਼ਾਂ ਆਪਾਂ ਕਰਨੀਆਂ ਨੇ, ਧਿਆਨ ਰੱਖਣਾ, ਠੀਕ ਹੈ। ਸੋ ਇਹਨੂੰ ਆਪਾਂ ਡਿਲੀਟ ਕਰ ਦਿੰਦੇ ਹਾਂ। ਡਿਵੈਲਪਰ 2007 ਦੇ ਵਿੱਚ ਇਹਨਾਂ ਨੇ ਜਦੋਂ ਆਈਫੋਨ ਬਣਾਇਆ ਉਦੋਂ ਹੀ iOS ਆਇਆ ਸੀਗਾ ਤੇ ਆਈਫੋਨ, ਆਈਪੈਡ, ਆਈਪੌਡ ਦੇ ਵਿੱਚ ਇਹ ਯੂਜ਼ ਕੀਤਾ ਜਾਂਦਾ ਹੈ। ਤੇ ਇਹਦੇ ਵਰਜਨ ਦੀ ਗੱਲ ਕਰੀਏ, ਪਹਿਲਾਂ 2007 ਦੇ ਵਿੱਚ 1.0, ਹਰ ਸਾਲ ਇਹ ਬੰਦੇ ਨਵਾਂ ਤੋਂ ਨਵਾਂ ਆਪਦਾ ਆਪਰੇਟਿੰਗ ਸਿਸਟਮ ਲਾਂਚ ਕਰਦੇ ਨੇ। ਤੇ ਲੇਟੈਸਟ ਅੱਜ ਕੱਲ ਜਿਹੜਾ ਹੈ 2023 ਚੱਲ ਰਿਹਾ, ਬੀਟਾ ਵਰਜਨ ਹੈ। ਬੀਟਾ ਦਾ ਮਤਲਬ ਹੁੰਦਾ ਹੈ ਟੈਸਟਿੰਗ ਦੇ ਲਈ ਲਾਂਚ ਕਰਦੇ ਨੇ। ਟੈਸਟਿੰਗ ਦੋ ਤਰ੍ਹਾਂ ਦੀ ਹੁੰਦੀ ਹੈ। ਦੇਖੋ ਟੈਸਟਿੰਗ ਦੀ ਗੱਲ ਕਰੀਏ ਜੇ ਆਪਾਂ, ਟੈਸਟਿੰਗ ਦੋ ਤਰ੍ਹਾਂ ਦੀ ਹੁੰਦੀ ਹੈ ਕੰਪਨੀ ਦੇ ਵਿੱਚ। ਟੈਸਟਿੰਗ ਹੁੰਦੀ ਹੈ, ਇੱਕ ਹੁੰਦੀ ਹੈ ਅਲਫਾ ਟੈਸਟਿੰਗ, ਅਲਫਾ, ਦੂਸਰੀ ਹੁੰਦੀ ਹੈ ਬੀਟਾ। ਇਹ ਹੁੰਦੀ ਹੈ ਇਨਸਾਈਡ ਦਾ ਕੰਪਨੀ। ਇਹ ਇੰਪੋਰਟੈਂਟ ਹੈ, ਮੈਂ ਤਾਂ ਹੀ ਦੱਸਣ ਲੱਗ ਗਿਆ। ਇਨਸਾਈਡ ਦੀ ਕੰਪਨੀ, ਇਹ ਹੁੰਦਾ ਆਊਟਸਾਈਡ ਦੀ ਕੰਪਨੀ। ਆਊਟਸਾਈਡ ਦੀ ਕੰਪਨੀ ਵਿਦ ਸਿਲੈਕਟਡ ਕਸਟਮਰ। ਸਾਰੇ ਕਸਟਮਰਸ ਨੂੰ ਬੀਟਾ ਵਰਜਨ ਨਹੀਂ ਮਿਲਦਾ, ਕੁਝ ਲੱਕੀ ਕਸਟਮਰ ਹੁੰਦੇ ਨੇ ਜਿਨ੍ਹਾਂ ਨੂੰ ਬੀਟਾ ਵਰਜਨ ਮਿਲ ਜਾਂਦਾ, ਉਹ ਟੈਸਟਿੰਗ ਹੁੰਦਾ। ਤੇ ਇਹਦੇ ਵਿੱਚ ਬੱਗ ਦੇ ਚਾਂਸ ਜ਼ਿਆਦਾ ਹੁੰਦੇ ਨੇ, ਪ੍ਰੋਬਲਮਾਂ ਜ਼ਿਆਦਾ ਆਉਂਦੀਆਂ ਨੇ। ਬਟ ਆਪਾਂ ਇਹ ਕਹਿ ਸਕਦੇ ਹਾਂ ਵੀ ਇੱਥੇ ਜਲਦੀ ਮਿਲ ਜਾਂਦਾ ਸੌਫਟਵੇਅਰ, ਹਨਾ। ਤਾਂ ਅਲਫਾ ਜਿਹੜੀ ਹੁੰਦੀ ਹੈ ਇਨਸਾਈਡ ਕੰਪਨੀ ਦੇ, ਦਾ ਯਾਦ ਰੱਖਣਾ। ਅਲਫਾ, ਵੈਸੇ ਅਲਫਾ ਤੇ ਬੀਟਾ ਨੇ ਜਿਹੜੇ ਇਹ ਗ੍ਰੀਕ ਦੇ ਅੱਖਰ ਨੇ, ਗ੍ਰੀਕ ਲੈਂਗੁਏਜ ਦੇ। ਤਾਂ ਆਪਾਂ ਕਹਿ ਸਕਦੇ ਹਾਂ ਵੀ ਅਲਫਾ ਇਨਸਾਈਡ ਦਾ ਕੰਪਨੀ, ਬੀਟਾ ਹੁੰਦੀ ਆਊਟਸਾਈਡ ਦਾ ਕੰਪਨੀ। ਤਾਂ ਇਹ ਬੀਟਾ ਵਰਜਨ ਰਿਲੀਜ਼ ਹੋਇਆ ਹੋਇਆ ਜੂਨ ਜੁਲਾਈ ਦੇ ਵਿੱਚ ਸ਼ਾਇਦ
iOS 17 ਕਈ ਵਾਰੀ ਸਵਾਲ ਪੁੱਛ ਲੇ ਵੀ ਲੇਟੈਸਟ ਵਰਜ਼ਨ iOS ਦਾ ਕਿਹੜਾ 17 ਉਵੇਂ ਮੈਕ ਸੀਗਾ ਜਿਹੜਾ ਇਹ 2001 ਦੇ ਵਿੱਚ ਲਾਂਚ ਕੀਤਾ ਸੀ ਇਹਨੂੰ ਮੈਕ OS X ਬੋਲਿਆ ਜਾਂਦਾ ਸੀ ਪਹਿਲਾ ਜਿਹੜਾ ਵਰਜ਼ਨ ਸੀ ਚੀਤਾ ਇਹਨਾਂ ਨੇ ਵੀ ਡੈਜ਼ਰਟ ਯੂਜ਼ ਕੀਤਾ ਹਨਾ ਇਹ iMac ਮੈਕਬੁੱਕ ਦੋ ਵਾਰੀ ਆ ਗਿਆ ਮੈਕਬੁੱਕ 에ਅਰ ਐਂਡ ਮੈਕਬੁੱਕ ਪ੍ਰੋ ਇਹਨਾਂ ਦੇ ਵਿੱਚ ਇਹ ਵਰਜ਼ਨ ਯੂਜ਼ ਕੀਤਾ ਜਾਂਦਾ ਕਿਹੜੇ ਇਹਦੇ ਵਰਜ਼ਨ ਆਏ ਨੇ 2000 ਇਹ ਸਿੱਧਾ ਹੀ X 10.0 ਤੋਂ ਸ਼ੁਰੂ ਕੀਤਾ ਚੀਤਾ ਹੋ ਗਿਆ ਪਿਊਮਾ ਜੈਗੁਆਰ ਹੋ ਗਿਆ ਪੈਂਥਰ ਹੋ ਗਿਆ ਟਾਈਗਰ ਸਾਰੇ ਸ਼ੇਰਾਂ ਦੇ ਨਾਂ ਹੀ ਰੱਖੇ ਲਿਓਪੜ ਹੋ ਗਿਆ ਸਨੋ ਲਿਓਪੜ ਤੇ ਵੀ ਨਹੀਂ ਰੁਕੇ ਕਹਿੰਦੇ ਵੀ ਸਰਦੀਆਂ ਵਾਲਾ ਸਨੋ ਲਿਓਪੜ ਲਾਇਨ ਮਾਊਂਟੇਨ ਲਾਇਨ ਦੇਖੋ ਆਹ ਤਾਂ ਪਤਾ ਨਹੀਂ ਕੀ ਹੁੰਦਾ ਇਹਨਾਂ ਨੂੰ ਮੈਵਰਿਕ ਆਪਾਂ ਨੂੰ ਨਹੀਂ ਪਤਾ ਯੋਸੀਮੀਟੇ ਵੀ ਨੇ ਇਹਨਾਂ ਦੇ ਦਾਦੇ ਪੜਦਾਦੇ ਹੋਣ ਕਿਤੇ ਚੈੱਕ ਕਰ ਲਿਓ ਠੀਕ ਹੈ ਹਾਈ ਸੀਰਾ ਮੋਜਾਵੇ ਕੈਟਲੀਨਾ ਬਿਗ ਸੁਰ ਮੌਂਟੇਰੀ ਹੈ ਨਾ ਵੈਂਟੂਰਾ ਕਤੂਰਾ ਤਾਂ ਨਹੀਂ ਕਿਤੇ ਵੈਂਟੂਰਾ ਤੇ ਸੋਨੋਮਾ ਇਹ ਵੀ ਇੰਪੋਰਟੈਂਟ ਹੈ ਮੈਕ OS ਆ ਦੇਖੋ ਪਹਿਲਾਂ ਇਹਨਾਂ ਦਾ ਨਾਮ ਚੱਲਦਾ ਸੀ OS X ਪਹਿਲਾਂ ਕੁਝ ਸਮੇਂ ਤੱਕ ਚੱਲਿਆ ਮੈਕ OS ਮੈਕ ਕਿਉਂ ਲਾਉਂਦੇ ਨੇ ਇਹ ਕਿਉਂਕਿ ਇਹਨਾਂ ਦਾ ਪਹਿਲਾ ਕੰਪਿਊਟਰ ਸੀ ਜਿਹੜਾ ਮੈਕਨਟੋਸ਼ ਸੀ ਉੱਥੋਂ ਹੀ ਇਹਨਾਂ ਦੇ ਲਈ ਇਹ ਟਰਮ ਸੀ ਜਿਹੜੀ ਬ੍ਰਾਂਡ ਵੈਲਿਊ ਬਣ ਗਈ ਵੀ ਮੈਕ ਆਪਰੇਟਿੰਗ ਸਿਸਟਮ ਦੇ ਅੱਗੇ ਹੀ ਮੈਕ ਲਾਤਾ ਇਹਨਾਂ ਨੇ ਕੰਪਿਊਟਰ ਦਾ ਆਪਰੇਟਿੰਗ ਸਿਸਟਮ ਹੈ ਉਹਦੇ ਅੱਗੇ ਮੈਕ ਲਾ ਦਿੰਦੇ ਨੇ ਫੋਨ ਦੇ ਅੱਗੇ iOS ਲਾ ਦਿੰਦੇ ਨੇ ਹਨਾ ਤਾਂ ਫਿਰ OS X ਤੇ ਆ ਗਏ X ਸੀਰੀਜ਼ ਤੋਂ ਬਾਅਦ ਦੁਬਾਰਾ ਫਿਰ ਮੈਕ ਤੇ ਆ ਗਏ ਹੁਣ ਛੋਟਾ ਕਰਤਾ ਮੈਕ OS ਹਨਾ ਤਾਂ ਲੇਟੈਸਟ ਹੈਗਾ 13 ਇਹਦਾ 13 ਹੈ ਮੈਕ ਦਾ 13 ਹੈ ਲੇਟੈਸਟ ਤੇ ਜੇ ਆਪਾਂ iOS ਦਾ ਗੱਲ ਕਰਦੇ ਆ ਤਾਂ iOS ਦਾ 17 ਹੈ ਇਹ ਗੱਲ ਤੁਸੀਂ ਯਾਦ ਰੱਖਣੀ ਹੈ ਤਾਂ ਅੱਗੇ ਆਪਾਂ ਗੱਲ ਕਰਾਂਗੇ ਹਾਂ ਅੱਗੇ ਆਪਾਂ ਆ ਗਿਆ ਮਾਈਕਰੋਸਾਫਟ ਦੇ ਬਾਰੇ ਮਾਈਕਰੋਸਾਫਟ ਦੇ ਵੀ ਸਵਾਲ ਪੁੱਛਿਆ ਜਾ ਸਕਦਾ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਮਾਈਕਰੋਸਾਫਟ ਵੈਸੇ ਤਾਂ ਆਪਾਂ ਫਾਊਂਡਰ ਬਿਲ ਗੇਟ ਨੂੰ ਮੰਨਦੇ ਆ ਤੇ ਬਟ ਇਹਦੇ ਨਾਲ ਪੌਲ ਐਲਨ ਵੀ ਇੱਕ ਨਾਮ ਦਾ ਬੰਦਾ ਸੀ 1975 ਦੇ ਵਿੱਚ ਇਹਨਾਂ ਨੇ ਮਾਈਕਰੋਸਾਫਟ ਫਾਊਂਡ ਕੀਤੀ ਸੀ ਠੀਕ ਹੈ ਮੇਨ ਸ਼ੁਰੂ ਦੇ ਵਿੱਚ ਇਹਦਾ ਗੋਲ ਸੀ ਸੌਫਟਵੇਅਰ ਬਣਾਉਂਦੇ ਸੀ ਤੇ ਵੇਚਦੇ ਸੀ ਹੈਨਾ ਤੇ ਬਿਲ ਗੇਟ ਨੇ ਬਹੁਤ ਜ਼ਿਆਦਾ ਰੋਲ ਪਲੇ ਕੀਤਾ ਸਕਸੈਸ ਦੇ ਵਿੱਚ ਬਹੁਤ ਸਮਾਂ ਉਹ ਬੰਦਾ CEO ਵੀ ਬਣਿਆ ਰਿਹਾ ਤੇ ਇਹਨਾਂ ਨੇ DOS ਲਾਂਚ ਕੀਤਾ ਸੀ MS DOS 1981 ਦੇ ਵਿੱਚ ਕਾਦੇ ਲਈ IBM ਕੰਪਿਊਟਰ ਦੇ ਲਈ IBM ਦੇ ਪਰਸਨਲ ਕੰਪਿਊਟਰ ਦੇ ਲਈ IBM ਇੱਕ ਕੰਪਨੀ ਹੈ ਇੰਟਰਨੈਸ਼ਨਲ ਬਿਜ਼ਨਸ ਮਸ਼ੀਨ ਇਹਨਾਂ ਵਾਸਤੇ ਇਹਨਾਂ ਨੇ ਡਿਸਕ ਆਪਰੇਟਿੰਗ ਸਿਸਟਮ ਮਾਈਕਰੋਸਾਫਟ ਡਿਸਕ ਆਪਰੇਟਿੰਗ ਸਿਸਟਮ ਲਾਂਚ ਕੀਤਾ ਸੀ ਇੰਪੋਰਟੈਂਟ ਹੈ ਸਵਾਲ ਠੀਕ ਹੈ ਬਾਅਦ ਦੇ ਵਿੱਚ ਇਸੇ ਬੰਦੇ ਨੇ ਬਿਲ ਗੇਟ ਨੇ ਜਿਵੇਂ ਮਾਈਕਰੋਸਾਫਟ ਆਫਿਸ ਬਣਾਇਆ ਐਕਸਲ ਪਾਵਰਪੁਆਇੰਟ ਵਰਡ ਇਹਦੇ ਵਿੱਚ ਬੜਾ ਵੱਡਾ ਇਹਦਾ ਯੋਗਦਾਨ ਸੀ ਜਿਹਨੂੰ ਕਿ ਆਫਿਸ ਪ੍ਰੋਡਕਟਿਵਿਟੀ ਟੂਲ ਵੀ ਕਿਹਾ ਜਾਂਦਾ ਹੈਨਾ ਹੁਣ ਆਪਾਂ ਸਬਸਿਡਰੀ ਦੀ ਗੱਲ ਕਰੀਏ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਪਹਿਲਾਂ ਵੀ ਮੈਂ ਤੁਹਾਨੂੰ ਦੱਸ ਚੁੱਕਿਆ ਸਬਸਿਡਰੀ ਵੀ ਜਿਨ੍ਹਾਂ ਨੇ ਇਹਨਾਂ ਦੀਆਂ ਕੰਪਨੀ ਸੀ ਮਾਈਕਰੋਸਾਫਟ ਦੀਆਂ ਜਿਵੇਂ ਆਪਾਂ ਗੱਲ ਕੀਤੀ ਸੀ ਫੇਸਬੁੱਕ ਦੀਆਂ ਸਬਸਿਡਰੀ ਜਾਂ ਫੇਸਬੁੱਕ ਦੀ ਪੇਰੈਂਟ ਕੰਪਨੀ ਸੀਗੀ ਅਲਫਾਬੈਟ ਉਵੇਂ ਆਪਾਂ ਗੂਗਲ ਦੀ ਪੇਰੈਂਟ ਵੀ ਤੁਹਾਨੂੰ ਦੱਸਿਆ ਸੀਗਾ ਹਨਾ ਮੈਨੂੰ ਕਮੈਂਟ ਕਰਕੇ ਦੱਸੋ ਵੀ ਗੂਗਲ ਦੀ ਪੇਰੈਂਟ ਕੰਪਨੀ ਕਿਹੜੀ ਹੈ ਪਾਰਟ 1 ਚ ਮੈਂ ਤੁਹਾਨੂੰ ਦੱਸਿਆ ਸੀ ਆਪਾਂ ਚੈੱਕ ਕਰਦੇ ਹਾਂ ਕਿ ਤੁਹਾਨੂੰ ਯਾਦ ਹੈਗਾ ਕਿ ਨਹੀਂ ਗੂਗਲ ਦੀ ਪੇਰੈਂਟ ਕੰਪਨੀ ਕਿਹੜੀ ਹੈ ਕਮੈਂਟ ਕਰਕੇ ਦੱਸਿਓ ਮੈਨੂੰ ਲੱਗਦਾ ਗਲਤ ਹੋ ਗਈ ਗੱਲ ਫੇਸਬੁੱਕ ਦੀ ਮੈਂ ਪਹਿਲਾਂ ਵੀ ਆਪਾਂ ਗੱਲ ਕੀਤੀ ਸੀ ਫੇਸਬੁੱਕ ਮੈਨੂੰ ਯਾਦ ਆ ਗਿਆ ਮੈਂ ਪਹਿਲਾਂ ਵੀ ਗਲਤ ਦੱਸ ਗਿਆ ਫੇਸਬੁੱਕ ਦੀ ਜਿਹੜੀ ਪੇਰੈਂਟ ਕੰਪਨੀ ਉਹ ਸੀ ਮੈਟਾ ਮੈਂ ਪਹਿਲਾਂ ਵੀ ਅਲਫਾਬੈਟ ਕਹਿ ਗਿਆ ਸੀ ਗੂਗਲ ਦੀ ਸੀ ਜਿਹੜੀ ਉਹ ਅਲਫਾਬੈਟ ਸੀ ਚਲੋ ਕਰੈਕਟ ਕਰ ਲਿਓ ਕਮੈਂਟ ਕਰਨ ਦੀ ਲੋੜ ਨਹੀਂ ਦੁਬਾਰਾ ਮੈਂ ਰਿਪੀਟ ਕਰ ਦੇਣਾ ਫੇਸਬੁੱਕ ਦੀ ਜਿਹੜੀ ਪੇਰੈਂਟ ਕੰਪਨੀ ਸੀ ਉਹ ਸੀ ਮੈਟਾ ਤੇ ਗੂਗਲ ਦੀ ਜਿਹੜੀ ਪੇਰੈਂਟ ਕੰਪਨੀ ਸੀ ਉਹ ਸੀ ਅਲਫਾਬੈਟ ਕਈ ਵਾਰੀ ਦਿਮਾਗ ਚੋਂ ਸਕਿਪ ਹੋ ਜਾਂਦਾ ਹੈ ਨਾ ਸਬਸਿਡਰੀ ਆਫ ਮਾਈਕਰੋਸਾਫਟ ਸਕਾਈਪ ਤੁਹਾਨੂੰ ਪਹਿਲਾਂ ਹੀ ਪਤਾ ਲੱਗ ਗਿਆ ਹੋਣਾ ਤੁਸੀਂ ਮੈਨੂੰ ਲੱਗਦਾ ਵੀ ਤੁਹਾਨੂੰ ਪਹਿਲਾਂ ਆਈਡੀਆ ਹੋ ਗਿਆ ਹੋਣਾ ਚਲੋ ਕਮੈਂਟ ਕਰਕੇ ਦੱਸਿਓ ਜਿਨ੍ਹਾਂ ਨੂੰ ਪਹਿਲਾਂ ਪਤਾ ਲੱਗ ਗਿਆ ਸੀ ਆਈਡੀਆ ਹੋ ਗਿਆ ਸੀ ਨਾ ਵੀ ਮੈਂ ਗਲਤ ਬੋਲ ਗਿਆ ਸੀ ਸਕਾਈਪ ਇਸ ਤਰੀਕੇ ਨਾਲ ਮਿਸਟੇਕ ਹੋ ਸਕਦੀਆਂ ਨੇ ਤਾਂ ਤੁਹਾਡਾ ਫਰਜ਼ ਹੈ ਦੱਸਣਾ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਜੇਕਰ ਸਾਡਾ ਨੰਬਰ ਹੈ ਤੁਹਾਡੇ ਕੋਲੇ ਪਰਸਨਲੀ ਵੀ ਦੱਸ ਸਕਦੇ ਹੋ ਕਿਉਂਕਿ ਇੰਪਰੂਵਮੈਂਟ ਹੈ ਮੇਰੀ ਇਕੱਲੇ ਦੀ ਤਾਂ ਕੁਝ ਹੈ ਨਹੀਂਗਾ ਆਪਾਂ ਇਕੱਠੇ ਹੀ ਆਪਾਂ ਸਾਰੇ ਰਲ ਮਿਲ ਕੇ ਟੀਮ ਹੈ ਇੱਕ ਤੁਸੀਂ ਵੀ ਟੀਮ ਦਾ ਹਿੱਸਾ ਹੋ ਤੁਸੀਂ ਵੀ ਅਗਰ ਤੁਸੀਂ ਵੀਡੀਓ ਦੇਖਦੇ ਹੋ ਕਮੈਂਟ ਕਰਦੇ ਹੋ ਮੋਟੀਵੇਟ ਕਰਦੇ ਹੋ ਤਾਂ ਹੀ ਆਪਣਾ ਹੋਰ ਜ਼ਿਆਦਾ ਉਸ ਚੀਜ਼ਾਂ એનર્ਜੀ ਦਿੰਦੀਆਂ ਨੇ ਵੀ ਆਪਾਂ ਹੋਰ ਜ਼ਿਆਦਾ ਕੰਟੈਂਟ ਲੈ ਕੇ ਆਈਏ ਹੈ ਨਾ ਤਾਂ ਤੁਹਾਡਾ ਆਪਣਾ ਹੀ ਕੰਟੈਂਟ ਆ ਤੁਹਾਡਾ ਆਪਣਾ ਚੈਨਲ ਹੈ
ਤਾਂ ਤੁਸੀਂ ਜੇਕਰ ਤੁਹਾਨੂੰ ਲੱਗਦਾ ਕਿਤੇ ਵੀ ਇੱਥੇ ਸਾਨੂੰ ਸਹੀ ਕਰਨ ਦੀ ਲੋੜ ਹੈ, ਕੋਈ ਤਰੀਕਾ ਚੇਂਜ ਕਰਨ ਦੀ ਲੋੜ ਹੈ, ਤਾਂ ਆਪਾਂ ਹਮੇਸ਼ਾ ਹੀ ਆਲਵੇਜ਼ ਬੈਠੇ ਹੀ ਆਪਾਂ ਉਵੇਂ ਵੀ ਫਲੈਕਸੀਬਲ ਆ, ਮਤਲਬ ਕਿਤੇ ਵੀ ਕੋਈ ਅੜ ਕੇ ਨਹੀਂ ਵੀ ਅਸੀਂ ਤਾਂ ਹੀ ਕਰਾਂਗੇ ਜੀ, ਹਨਾ। ਸੋ ਜਿਵੇਂ ਤੁਸੀਂ ਕਹੋਗੇ ਆਪਾਂ ਉਵੇਂ ਹੀ ਕੰਮ ਕਰਾਂਗੇ। ਤਾਂ ਸਕਾਈਪ ਹੈਗਾ 2011 ਦੇ ਵਿੱਚ ਐਕਵਾਇਰ ਕੀਤਾ। ਲਿੰਕਡਇਨ ਜਿਹੜਾ ਕਿ ਪ੍ਰੋਫੈਸ਼ਨਲ ਨੈਟਵਰਕਿੰਗ ਦੇ ਲਈ ਹੈ 2016 ਦੇ ਵਿੱਚ। ਇਹ ਯਾਦ ਰੱਖਣੀ ਹੈ, ਬਹੁਤ ਜ਼ਿਆਦਾ ਇੰਪੋਰਟੈਂਟ ਕੰਪਨੀਆਂ ਨੇ ਵੀ। ਗਿਟਹਬ ਇਹ ਸੌਫਟਵੇਅਰ ਦਾ ਵਰਜਨ ਕੰਟਰੋਲ ਕਰਦਾ ਤੇ ਡਿਵੈਲਪਮੈਂਟ, ਇਹ 2018 ਦੇ ਵਿੱਚ ਇਹਨਾਂ ਨੇ ਐਕਵਾਇਰ ਕੀਤਾ, ਹਨਾ। ਤੇ ਐਕਸਬੌਕਸ, ਇਹਦੇ ਤੇ 2021 ਚ ਸਵਾਲ ਆਇਆ ਸੀ ਵੀ ਐਕਸਬੌਕਸ ਗੇਮਿੰਗ ਸਟੂਡੀਓ ਹੈ ਕਾਹਦੇ ਲਈ ਹੁੰਦਾ? ਗੇਮਿੰਗ ਦੇ ਲਈ, ਵੀ ਮਾਈਕਰੋਸਾਫਟ ਦਾ। ਤੇ ਮੋਜੰਗ ਸਟੂਡੀਓ ਇਹ ਵੀ ਡਿਵੈਲਪਰ ਦੀ ਪਪੂਲਰ ਗੇਮ ਮਾਈਨਕ੍ਰਾਫਟ ਗੇਮਿੰਗ ਦੇ ਲਈ 2014 ਦੇ ਵਿੱਚ। ਐਡਵਰਟੀਜ਼ਮੈਂਟ ਜਿਵੇਂ ਗੂਗਲ ਐਡਵਰਡਸ ਹੈ ਉਵੇਂ ਹੀ ਇਹਨਾਂ ਦਾ ਮਾਈਕਰੋਸਾਫਟ ਦਾ। ਤੇ ਇੱਕ ਦੋ ਚੀਜ਼ਾਂ ਮੈਂ ਹੋਰ ਦੱਸ ਦਿੰਦਾ। ਮੈਂ ਵੈਸੇ ਤਾਂ ਇੱਕ ਆਪਾਂ ਪਹਿਲਾਂ ਕੀਤਾ ਸੀਗਾ, ਮੈਨੂੰ ਯਾਦ ਹੈ ਵੀ ਆਪਾਂ 29 ਜੂਨ ਦੀਆਂ, ਸ਼ਾਇਦ 29 ਜੂਨ ਦਾ ਐਨਾਲਿਸਿਸ ਕੀਤਾ ਸੀ ਨਾ ਆਪਾਂ। ਉੱਥੇ ਮੈਂ ਤੁਹਾਨੂੰ ਦੱਸਿਆ ਸੀਗਾ ਵੀ ਮਾਈਕਰੋਸਾਫਟ ਦੇ ਕਿਹੜੇ ਕਿਹੜੇ ਪ੍ਰੋਡਕਟ ਨੇ, ਉਹ ਵਾਲੀ ਲਿਸਟ ਇਹਦੇ ਨਾਲ ਜੋੜ ਦਿਓ, ਉੱਥੇ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਮਾਈਕਰੋਸਾਫਟ ਦਾ ਜਿਹੜਾ ਆਪਾਂ ਕਵਾਂਗੇ ਸਰਚ ਇੰਜਨ ਬਿੰਗ ਹੈ, ਇਹ ਯਾਦ ਰੱਖਣਾ। ਮਾਈਕਰੋਸਾਫਟ ਦਾ ਸਰਚ ਇੰਜਨ ਬਿੰਗ ਹੈ। ਤੇ ਮਾਈਕਰੋਸਾਫਟ ਦੇ ਜੇਕਰ ਆਪਾਂ ਬਰਾਊਜ਼ਰ ਦੀ ਗੱਲ ਕਰੀਏ ਤਾਂ ਦੋ ਬਰਾਊਜ਼ਰ ਨੇ। ਪਹਿਲਾ ਹੈਗਾ ਇੰਟਰਨੈਟ ਐਕਸਪਲੋਰਰ ਜਿਹੜਾ 1995 ਚ ਆਇਆ ਸੀ, ਤੇ ਦੂਜਾ ਸੀਗਾ ਮਾਈਕਰੋਸਾਫਟ ਐਜ ਦਾ ਮੈਨੂੰ ਸਾਲ ਭੁੱਲ ਗਿਆ, ਤੁਸੀਂ ਚੈੱਕ ਕਰ ਲਿਓ, ਠੀਕ ਹੈ। ਇਹ ਜ਼ਰੂਰੀ ਗੱਲਾਂ ਨੇ, ਯਾਦ ਰੱਖਣੀਆਂ। ਇਹਨੂੰ ਚਲੋ ਢਾ ਦਿੰਦੇ ਆ, ਇੱਥੇ ਦਿਖ ਜੇ ਨਹੀਂ ਰਿਹਾ, ਨਹੀਂ ਤਾਂ ਮੈਂ ਨਵੇਂ ਪੇਜ ਤੇ ਲਿਖ ਦੂੰਗਾ। ਤਾਂ ਐਡਵਰਟੀਜ਼ਮੈਂਟ ਦੇ ਲਈ ਹੈ, ਮਾਈਕਰੋਸਾਫਟ ਰਿਸਰਚ ਆਪਦੇ ਰਿਸਰਚ ਦੇ ਲਈ ਹੈ। ਇਹ ਮਾਈਕਰੋਸਾਫਟ ਦਾ ਆਪਣੇ ਕੋਲੇ ਲੋਗੋ ਹੈ। ਸ਼ੁਰੂ ਦੇ ਵਿੱਚ 1985 ਦੇ ਵਿੱਚ ਇਹ ਵਾਲਾ ਸੀ, 92 ਦੇ ਵਿੱਚ, ਫਿਰ ਵਿੰਡੋ 5, ਵਿੰਡੋ 3.1, ਵਿੰਡੋ XP ਚ ਇਹ ਵਾਲਾ ਸੀ, ਵਿੰਡੋ ਵਿਸਟਾ, ਵਿੰਡੋ 7, ਵਿੰਡੋ 8 ਤੇ ਵਿੰਡੋ 10 ਅੱਜ ਕੱਲ ਇਹ ਵਾਲਾ ਦਾ ਲੋਗੋ ਚੱਲਦਾ, ਹਨਾ। ਸੋ ਇੱਥੇ ਮੈਂ ਲਿਖ ਦੇਣਾ ਵੀ ਮਾਈਕਰੋਸਾਫਟ ਇਹਦਾ ਜੇ ਆਪਾਂ ਗੱਲ ਕਰੀਏ ਤਾਂ ਸਰਚ ਇੰਜਨ ਇਹਦਾ ਸੀਗਾ ਬਿੰਗ, ਠੀਕ ਆ। ਇਹ ਕਿਉਂਕਿ ਇੰਪੋਰਟੈਂਟ ਹੋ ਜਾਂਦਾ ਸਵਾਲ, ਯਾਦ ਰੱਖਣਾ। ਤੇ ਜੇ ਆਪਾਂ ਬਰਾਊਜ਼ਰ ਦੀ ਗੱਲ ਕਰੀਏ, ਬਰਾਊਜ਼ਰ ਕਿਹੜੇ ਕਿਹੜੇ ਸੀ? ਇੱਕ ਨੰਬਰ ਤੇ ਆਪਾਂ ਰੱਖਾਂਗੇ ਇੰਟਰਨੈਟ ਐਕਸਪਲੋਰਰ ਨੂੰ। ਇੰਟਰਨੈਟ ਐਕਸਪਲੋਰਰ। ਦੂਸਰਾ ਸੀਗਾ ਮਾਈਕਰੋਸਾਫਟ ਐਜ, ਜਾਂ ਕੱਲਾ ਐਜ ਵੀ ਪੁੱਛ ਸਕਦਾ, ਠੀਕ ਆ। ਇਹਦੇ ਸਾਲ ਦੇਖ ਲਿਓ, 1995 ਦੇ ਵਿੱਚ ਸੀ, ਇਹ ਸ਼ਾਇਦ 2018, ਪਰ ਮੈਂ ਬੋਲੂੰਗਾ ਨਹੀਂ, ਤੁਸੀਂ ਆਪੇ ਚੈੱਕ ਕਰ ਲਿਓ। ਸੋ ਇਹ ਸੀਗਾ ਜਿਹੜਾ ਥਿਊਰੀ ਦਾ ਪਾਰਟ। 2 ਜੁਲਾਈ ਦੀ ਜਿਹੜੀ ਸ਼ਿਫਟ 3 ਹੋਈ ਸੀ, ਉਹਦੇ ਵਿੱਚੋਂ ਜਿਹੜੇ ਸਵਾਲ ਪੁੱਛੇ ਗਏ ਸੀ ਉਹਨਾਂ ਦੇ ਵਿੱਚੋਂ ਹੀ ਇਹ ਆਪਾਂ ਲਿਆ ਹੋਇਆ ਸੀ। ਤੇ ਜੇਕਰ ਤੁਸੀਂ ਪਾਰਟ 1 ਨਹੀਂ ਦੇਖਿਆ, ਉਹਦਾ ਵੀ ਪਾਰਟ 1 ਆਪਾਂ ਆਲਰੇਡੀ ਅਪਲੋਡ ਕੀਤਾ ਹੋਇਆ, ਉਹ ਵੀ ਤੁਸੀਂ ਜਾ ਕੇ ਦੇਖ ਸਕਦੇ ਹੋ। ਸੋ ਕੋਸ਼ਿਸ਼ ਕਰਾਂਗੇ 3 ਜੁਲਾਈ ਦਾ ਜਿਹੜੇ ਕੁਐਸਚਨ ਨੇ ਉਹਨਾਂ ਦੇ ਵਿੱਚੋਂ ਕੀ ਪੁੱਛਿਆ ਗਿਆ, ਉਹਦੇ ਬੇਸ ਤੇ ਵੀ ਜਲਦੀ ਲੈ ਕੇ ਆਉਣ ਦੀ ਕੋਸ਼ਿਸ਼ ਕਰਾਂਗੇ। ਉਦੋਂ ਤੱਕ ਜੁੜੇ ਰਹੋ ਚੈਨਲ ਦੇ ਨਾਲ। ਜੇਕਰ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ, ਬੈਲ ਆਈਕਨ ਵੀ ਪ੍ਰੈਸ ਕਰ ਲਓ। ਆਉਣ ਵਾਲੇ ਸਮੇਂ ਦੇ ਵਿੱਚ ਬਾਕੀ ਦਾ ਬਹੁਤ ਸਾਰਾ ਕੰਟੈਂਟ ਆਪਾਂ ਲੈ ਕੇ ਆਵਾਂਗੇ, ਇਸ ਤਰ੍ਹਾਂ ਹੀ ਤੁਹਾਡੀ ਹੈਲਪ ਕਰਦੇ ਰਹਾਂਗੇ। ਤੇ ਤੁਸੀਂ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਵੀ ਸ਼ੇਅਰ ਕਰਦਿਆ ਕਰੋ। ਸੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਵਿੱਚ। ਥੈਂਕ ਯੂ।